ਸਮੂਹ ਦਰਸ਼ਕਾਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਾਰਦਿਕ ਸਵਾਗਤ ਹੈ। ਆਵਾਜ਼ੇ ਪੰਜਾਬ ਪ੍ਰੋਗਰਾਮ ਚੈਨਲ ਪੰਜਾਬੀ ਤੇ ਅਤੇ ਗਲੋਬਲ ਪੰਜਾਬ ਤੇ ਆਪ ਜੀ ਬੜੀ ਦਿਲਚਸਪੀ ਨਾਲ ਸੁਣਦੇ ਹੋ ਤੇ ਤੁਹਾਡਾ ਤਹਿ ਦਿਲੋਂ ਸ਼ੁਕਰੀਆ ਜਿਸ ਤਰੀਕੇ ਨਾਲ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਉਤਸ਼ਾਹ ਨਾਲ ਸ਼ਾਮਲ ਹੁੰਦੇ ਹੋ। ਹਰ ਵਿਸ਼ਾ ਆਪਣੇ ਆਪ ਦੇ ਵਿੱਚ ਬੜਾ ਮਹੱਤਵਪੂਰਨ ਹੁੰਦਾ ਹੈ, ਪਰ ਸਮੇਂ ਦੀ ਗੱਲ ਕਰਨੀ ਉਸੇ ਸਮੇਂ ਤੇ ਬੜੀ ਜ਼ਰੂਰੀ ਹੁੰਦੀ ਹੈ। ਕਹਿੰਦੇ ਆ ਵੇਲੇ ਦੀ ਨਮਾਜ਼ ਕਵੇਲੇ ਦੀਆਂ ਟੱਕਰਾਂ। ਜਦੋਂ ਕੋਈ ਗੱਲ ਕਿਸੇ ਇਸ਼ੂ ਤੇ ਚੱਲੇ ਉਸ ਵੇਲੇ ਪਹਿਲ ਕਦਮੀ ਦੇ ਨਾਲ ਉਹਨਾਂ ਤੇ ਵਿਚਾਰ ਕਰਨੀ ਬਣਦੀ ਹੈ। ਇਹਨਾਂ ਦਿਨਾਂ 'ਚ ਕਰੋਨਾ ਵਾਇਰਸ ਦੇ ਪ੍ਰਭਾਵ ਦੇ ਕਾਰਨ ਦੁਨੀਆ ਭਰ ਦੇ ਵਿੱਚ ਹਰ ਪਾਸੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਉਸ ਦੇ ਵਿੱਚ ਲੋਕ ਆਪਣੀ ਭੂਮਿਕਾ ਜਿਹੜੀ ਨਿਭਾ ਰਹੇ ਨੇ, ਜਿੱਥੇ ਉਹਨਾਂ ਦੀ ਬਣਦੀ ਜ਼ਿੰਮੇਵਾਰੀ ਉਹਨਾਂ ਨੂੰ ਨਿਭਾਉਣੀ ਬਣਦੀ ਹੈ, ਉੱਥੇ ਉਸ ਦੇ ਨਾਲ ਨਾਲ ਸਰਕਾਰਾਂ ਦੀ ਵੀ ਬਹੁਤ ਜ਼ਿੰਮੇਵਾਰੀ ਹੈ। ਕੁਝ ਨਿਭਾ ਰਹੀਆਂ ਨੇ, ਕੁਝ ਫੇਲ ਹੋ ਰਹੀਆਂ ਨੇ। ਇਸੇ ਤਰ੍ਹਾਂ ਪ੍ਰਸ਼ਾਸਨ, ਪੁਲਿਸ, ਡਾਕਟਰਸ ਦਾ ਖਾਸ ਜ਼ਿਕਰ ਇਸ ਕਰਕੇ ਅਸੀਂ ਕਰਦੇ ਹਾਂ ਕਿਉਂਕਿ ਜਾਨ ਤਲੀ ਤੇ ਧਰ ਕੇ ਉਹ ਇਸ ਵੇਲੇ ਮਰੀਜ਼ਾਂ ਨੂੰ ਬਚਾ ਰਹੇ ਨੇ। ਉਹਨਾਂ ਦੇ ਨਾਲ ਕਈ ਥਾਂ ਤੇ ਨਸਲਵਾਦ ਵੀ ਹੋਇਆ ਜੋ ਕਿ ਅਤ ਨਿੰਦਾਜਨਕ ਹੈ। ਇਸੇ ਤਰੀਕੇ ਨਾਲ ਪੁਲਿਸ ਪ੍ਰਸ਼ਾਸਨ ਜਿੱਥੇ ਜ਼ਿੰਮੇਵਾਰੀ ਅਹਿਲੀਅਤ ਕਿਸਮ ਦੀ ਨਿਭਾ ਰਿਹਾ, ਉੱਥੇ ਉਹਨਾਂ ਦਾ ਸ਼ਲਾਘਾਯੋਗ ਉੱਦਮ ਹੈ ਤੇ ਉਸ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ। ਪਰ ਐਸੀਆਂ ਅਨੇਕਾਂ ਹੀ ਵੀਡੀਓ ਸਾਡੇ ਸਾਹਮਣੇ ਆਈਆਂ ਜਿਨ੍ਹਾਂ ਦੇ ਵਿੱਚ ਪੁਲਿਸ ਨੇ ਪਿਛਲੇ ਦਿਨੀ ਕੀ ਕੀਤਾ, ਜਿਸ ਦੇ ਵਿੱਚ ਜਿਹੜੇ ਘਰਾਂ ਦੇ ਵਿੱਚ ਕਰਫਿਊ ਤੋਂ ਬਾਹਰ ਨਿਕਲ ਰਹੇ ਸਨ ਉਹਨਾਂ ਦੀ ਕੁੱਟਮਾਰ ਕਰਨੀ, ਜਿਹੜੇ ਕੇਵਲ ਤੇ ਕੇਵਲ ਆਪਣੇ ਘਰਾਂ ਦੇ ਵਿੱਚ ਮਹਿਦੂਦ ਸਨ ਉਹਨਾਂ ਦੇ ਨਾਲ ਵੀ ਬੁਰਾ ਰਵੱਈਆ ਅਖਤਿਆਰ ਕਰਨਾ, ਇੱਥੋਂ ਤੱਕ ਕਿ ਲਾਸ਼ਾਂ ਪਾ ਕੇ ਉਹਨਾਂ ਨੂੰ ਜ਼ਲੀਲ ਕਰਨਾ, ਇੱਥੇ ਤੱਕ ਕਿ ਉਹਨਾਂ ਦੇ ਵਿੱਚੋਂ ਇੱਕ ਦੋ ਆਤਮ ਹੱਤਿਆਵਾਂ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਤੋਂ ਪੈਸੇ ਲਏ ਗਏ ਜਾਂ ਡਰਾਵੇ ਦਿੱਤੇ ਗਏ। ਇਹ ਬਹੁਤ ਸ਼ਰਮਨਾਕ ਕਾਰਵਾਈ ਸੀ। ਇਸੇ ਦੌਰਾਨ ਇੱਕ ਕਾਰਵਾਈ ਜਿਹੜੀ ਹੋਰ ਹੋਈ, ਇੱਕ ਅਤ ਨਿੰਦਾਜਨਕ ਘਟਨਾ, ਉਹ ਇਹ ਸੀ ਕਿ ਇੱਕ ਪੁਲਿਸ ਸਟਾਲ 'ਤੇ ਰੋਕਿਆ ਜਿੱਥੇ ਕਿਸੇ ਗੱਡੀ ਨੂੰ, ਤਾਂ ਇੱਕ ਨਿਹੰਗ ਸਿੰਘ ਉਸ ਪੁਲਿਸ ਵਾਲੇ ਨਾਲ ਜਦੋਂ ਉਲਝਦਾ ਉਸ ਨੂੰ ਰੋਕਿਆ ਜਾਂਦਾ ਤਾਂ ਉਹ ਹਥਿਆਰ ਨਾਲ ਉਸ ਦਾ ਹੱਥ ਵੱਢ ਦਿੰਦਾ। ਗੁੱਟ ਵੱਢਣਾ ਇਹ ਬਹੁਤ ਮੰਦਭਾਗੀ ਕਾਰਵਾਈ ਸੀ। ਅਸੀਂ ਹਮੇਸ਼ਾ ਦੀ ਤਰ੍ਹਾਂ ਉਸ ਨੂੰ ਨਿੰਦਿਆ ਵੀ, ਤੇ ਨਾਲ ਉਸ ਤੋਂ ਬਾਅਦ ਜੋ ਪੁਲਿਸ ਨੇ ਉਸ ਵਿਅਕਤੀ ਨੂੰ ਬਚਾਉਣ ਲਈ ਕੀਤਾ ਜਾਂ ਡਾਕਟਰਾਂ ਨੇ ਕੀਤਾ ਉਹ ਸ਼ਲਾਘਾਯੋਗ ਸੀ। ਪਰ ਇਸ ਦੌਰਾਨ ਪਰਿਵਾਰ ਦੇ 11 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ 'ਚ ਔਰਤਾਂ ਵੀ ਸਨ ਬੇਕਸੂਰ। ਉਹਨਾਂ 'ਤੇ ਅਤ ਕਿਸਮ ਦਾ ਜਿਹੜਾ ਬੜਾ ਹੀ ਬਦਨੁਮਾ ਦਾਗ ਹੈ ਪੁਲਿਸ 'ਤੇ ਜੋ ਕਾਰਵਾਈ ਕੀਤੀ ਗਈ, ਲੇਕਿਨ ਉਹਨਾਂ ਦੇ ਵਿੱਚੋਂ ਜਿਨ੍ਹਾਂ ਨੂੰ ਛੱਡਿਆ ਗਿਆ ਉਹ ਇੱਕ ਫਰਜ਼ ਬਣਦਾ ਸੀ। ਕੁਝ ਇੱਕ ਅਜੇ ਵੀ ਉਹਨਾਂ 'ਚ ਜਿਹੜੇ ਲੋਕ ਨੇ ਅਜੇ ਵੀ ਇਸ ਵੇਲੇ ਹਿਰਾਸਤ 'ਚ ਨੇ। ਦੂਸਰੇ ਪਾਸੇ ਹਰਜੀਤ ਸਿੰਘ ਨਾਂ ਦਾ ਪੁਲਿਸ ਅਧਿਕਾਰੀ ਜਿਸ ਦੀ ਜਾਨ ਬਚੀ, ਜਿਸ ਦੇ ਲਈ ਅਸੀਂ ਦੁਆ ਕਰਦੇ ਹਾਂ, ਉਸ ਦਾ ਨਾਂ ਤੇ ਆਧਾਰ ਬਣਾ ਕੇ ਇੱਕ ਨਵਾਂ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ। ਉਹ ਕੀ ਕਿ ਪੁਲਿਸ ਨੂੰ ਅੱਗੇ ਰੱਖ ਕੇ ਮੈਂ ਵੀ ਹਰਜੀਤ ਸਿੰਘ, ਇਸ ਗੱਲ ਨੂੰ ਆਧਾਰ ਬਣਾ ਕੇ ਇੱਕ ਮੂਵਮੈਂਟ ਸ਼ੁਰੂ ਕਰ ਦਿੱਤੀ ਗਈ, ਜਿਹੜੀ ਮੂਵਮੈਂਟ ਦਾ ਇੱਕ ਨੁਕਤਾ ਇਹ ਜ਼ਿਆਦਾਤਰ ਜਿਹੜੇ ਲੋਕਾਂ ਨੇ ਉਸ ਨੂੰ ਹਾਈਲਾਈਟ ਕੀਤਾ ਉਹ ਇਹ ਸੀ ਕਿ ਪੁਲਿਸ ਨੂੰ ਹਰਜੀਤ ਸਿੰਘ ਦੇ ਨਾਂ ਤੇ ਇੱਕ ਮੁਕੰਮਲ ਕਲੀਨ ਚਿੱਟ ਦੇਣੀ, ਉਹਦੀ ਕਲੀਨ ਚਿੱਟ ਦੇ ਆਧਾਰ ਤੇ ਜੋ ਉਹਦੀਆਂ ਕਾਰਵਾਈਆਂ ਵੀ ਆ ਉਸ ਨੂੰ ਰੱਦ ਕਰ ਦੇਣਾ, ਜਿੱਥੇ ਪੁਲਿਸ ਗਲਤ ਵੀ ਆ ਉਹਨੂੰ ਗਲਤ ਵੀ ਨਾ ਕਹਿਣਾ। ਪਰ ਦੂਸਰੇ ਪਾਸੇ ਵਾਰ-ਵਾਰ ਉਸ ਇੱਕ ਵਿਅਕਤੀ ਦੀ ਜਿਹੜੀ ਗਲਤੀ ਹੈ ਬਜ਼ਾਤੇ ਖੁਦ ਉਸ ਨਿਹੰਗ ਦੀ ਕੀਤੀ ਗਲਤੀ ਨੂੰ ਇੰਨਾ ਕੁ ਹਾਈਲਾਈਟ ਕਰਨਾ ਨੈਸ਼ਨਲ ਲੈਵਲ 'ਤੇ ਤਾਂ ਕਿ ਲੋਕਾਂ ਦੇ ਅੰਦਰ ਇੱਕ ਨਫ਼ਰਤ ਦਾ ਮਾਹੌਲ ਪੈਦਾ ਹੋ ਜਾਏ। ਇਸ ਦੇ ਵਿੱਚ ਕੋਈ ਪਿੱਛੇ ਨਹੀਂ ਰਿਹਾ। ਰਾਜਨੀਤਿਕ ਲੋਕ ਵੀ, ਸਾਡੇ ਸਮਾਜਿਕ ਲੋਕ ਵੀ, ਸਾਡੇ ਕਲਾਕਾਰ ਵੀ ਇੱਕ ਦੂਜੇ ਤੋਂ ਅੱਗੇ ਹੋ ਕੇ ਮੈਂ ਵੀ ਹਰਜੀਤ ਸਿੰਘ, ਉਹਨਾਂ ਨੇ ਇਸ ਗੱਲ ਨੂੰ ਇਉਂ ਚਲਾਇਆ ਕਿ ਲੋਕਾਂ ਦੇ ਅੰਦਰ ਇੱਕ ਵੱਡੇ ਕਿਸਮ ਦਾ ਜਿਹੜਾ ਹੈ ਗੈਪ ਪੈ ਰਿਹਾ, ਇੱਕ ਆਪਸੀ ਤਣਾਅ ਦੀ ਸਥਿਤੀ ਬਣ ਰਹੀ ਹੈ ਤੇ ਨਸਲਵਾਦੀ ਮਾਹੌਲ ਵੀ ਬਣ ਰਿਹਾ ਹੈ। ਪਰ ਇਹ ਲੋਕ ਉਦੋਂ ਜ਼ੁਬਾਨ ਬੰਦ ਕਰਦੇ ਨੇ ਜਦੋਂ ਕਦੇ ਕਿਸੇ ਮਜ਼ਲੂਮ ਤੇ ਕਿਸੇ ਪੁਲਿਸ ਦੇ ਵੱਲੋਂ ਤਸ਼ੱਦਦ ਕੀਤਾ ਜਾਂਦਾ, ਉਦੋਂ ਮੂੰਹ 'ਚ ਘੁੰਗਣੀਆਂ ਪਾ ਲੈਂਦੇ ਨੇ। ਇਹ ਵਿਸ਼ਾ ਇੱਕ ਬੜਾ ਚਿੰਤਾਜਨਕ ਵੀ ਹੈ। ਇਸ ਵਿਸ਼ੇ ਦੇ ਵਿੱਚ ਬੜੀ ਸੂਝ-ਬੂਝ ਦੇ ਨਾਲ ਵਿਸਤ੍ਰਿਤ ਗੱਲਬਾਤ ਕਰਨ ਲਈ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਉੱਘੇ ਜਰਨਲਿਸਟ ਗੁਰਪ੍ਰੀਤ ਸਿੰਘ ਜੀ। ਜੀ ਆਇਆਂ ਨੂੰ ਗੁਰਪ੍ਰੀਤ ਸਿੰਘ, ਸਵਾਗਤ ਹੈ ਤੁਹਾਡਾ। ਮਿਹਰਬਾਨੀ ਗੁਰਿੰਦਰ ਸਿੰਘ ਜੀ, ਮੰਚ ਮੁਹੱਈਆ ਕਰਨ ਲਈ ਧੰਨਵਾਦ। ਬਹੁਤ ਧੰਨਵਾਦ ਜੀ। ਗੁਰਪ੍ਰੀਤ ਸਿੰਘ ਜੀ, ਤੁਸੀਂ ਲਗਾਤਾਰ ਪਿਛਲੇ ਦਿਨਾਂ ਤੋਂ ਦੇਖਦੇ ਹੋ ਕਿ ਕਰੋਨਾ ਵਾਇਰਸ ਤੋਂ ਬਾਅਦ ਜੋ ਹਾਲਾਤ ਬਣੇ ਉਹਨਾਂ 'ਚ ਕੁਝ ਮੰਦਭਾਗੀਆਂ ਘਟਨਾਵਾਂ ਹੋਈਆਂ, ਜਿਨ੍ਹਾਂ 'ਚੋਂ ਇੱਕ ਜਿਹੜੀ ਪਟਿਆਲੇ ਦੀ ਘਟਨਾ ਸੀ ਜਿੱਥੇ ਪੁਲਿਸ ਅਧਿਕਾਰੀ ਦਾ ਇੱਕ ਨਿਹੰਗ ਦੇ ਵੱਲੋਂ ਹੱਥ ਵੱਢਿਆ ਗਿਆ, ਤੇ ਉਸ ਸਮੇਂ ਤੋਂ ਲੈ ਕੇ ਲਗਾਤਾਰ ਉਸ ਦੀ ਆਲੋਚਨਾ ਵੀ ਹੋਈ ਤੇ ਬਣਦੀ ਵੀ ਸੀ। ਪਰ ਹੁਣ ਇੱਕ ਨਵਾਂ ਮੋੜ ਕੱਟਿਆ ਗਿਆ ਜਿਸ ਦੇ ਵਿੱਚ ਇਹ ਸਿਲਸਿਲਾ ਚੱਲਿਆ, ਜਿਸ ਸਿਲਸਿਲੇ ਦੇ ਵਿੱਚ ਪੁਲਿਸ ਅਧਿਕਾਰੀ ਦੇ ਨਾਂ ਤੇ ਇੱਕ ਮੂਵਮੈਂਟ ਚਲਾਈ ਗਈ ਹੈ। ਅੱਜ ਅਸੀਂ ਉਹਦੇ ਤੇ ਖਾਸ ਗੱਲਬਾਤ ਕਰਾਂਗੇ ਜਿਹਦੇ ਵਿੱਚ ਵੱਖ-ਵੱਖ ਜਿਹੜੇ ਨੁਕਤੇ ਆ ਉਹ ਸਾਂਝੇ ਕੀਤੇ ਜਾਣਗੇ। ਬਿਲਕੁਲ। ਉਸ ਤੋਂ ਪਹਿਲਾਂ ਸਮੂਹ ਦਰਸ਼ਕਾਂ ਦੇ ਨਾਲ ਅਸੀਂ ਇਹ ਸਾਂਝ ਪਾਉਂਦੇ ਹੋਏ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਤੇ ਉਹਨਾਂ ਬਹੁਤ ਸਾਰੇ ਲੋਕਾਂ 'ਚੋਂ ਇਹ ਇੱਕ ਸ਼ਖਸ ਨੇ
ਜਿਨ੍ਹਾਂ ਨੇ ਇਹ ਕਿਹਾ ਕਿ ਜਿਹੜਾ ਇਹ ਹੱਥ ਵੱਢ ਕੇ ਕਿਸੇ ਤਰ੍ਹਾਂ ਜ਼ੁਲਮ ਕੀਤਾ ਗਿਆ, ਇਹਨਾਂ ਨੂੰ ਹੱਥ ਦਾਨ ਦੇਣੇ ਚਾਹੀਦੇ ਨੇ, ਜਾਣੀ ਕਿ ਹੱਥੋਂ ਕਿਰਤ ਕਮਾਈ 'ਚ ਦਾਨ ਦੇਣਾ ਚਾਹੀਦਾ ਹੈ। ਉਸ ਦੇ ਨਾਲ ਇੱਕ ਗੱਲ ਹੋਰ ਜਿਹੜੀ ਕਹੀ ਹੈ ਕਿ ਇਹ ਜਿਹੜਾ ਜੋ ਘਟਨਾ ਹੈ ਉਸ ਨੂੰ ਸਾਹਮਣੇ ਲਿਆ ਕੇ ਮੈਂ ਵੀ ਹਰਜੀਤ ਸਿੰਘ ਇਸ ਮੂਵਮੈਂਟ ਨੂੰ ਅੱਗੇ ਤੋਰਨ ਦੇ ਵਾਸਤੇ ਇੱਕ ਬੜੀ ਮਿੱਥ ਕੇ ਕੀਤੀ ਗਈ ਕਾਰਵਾਈ ਹੈ, ਜਿਸ ਦੇ ਵਿੱਚ ਇੱਕ ਨਾਮੀ ਗ੍ਰਾਮੀ ਕਲਾਕਾਰ ਗੁਰਦਾਸ ਮਾਨ ਉਹ ਵੀ ਸ਼ਾਮਲ ਨੇ, ਸਿੱਧੂ ਮੂਸੇਵਾਲਾ ਜਾਂ ਹੋਰ ਬਹੁਤ ਸਾਰੇ ਨੇ ਐਸੇ। ਆਓ ਇੱਕ ਛੋਟਾ ਜਿਹਾ ਦ੍ਰਿਸ਼ ਪੇਸ਼ ਕਰਕੇ ਉਸ ਤੋਂ ਬਾਅਦ ਗੱਲਬਾਤ ਅੱਗੇ ਤੋਰਦੇ ਹਾਂ। ਸਾਡੇ ਲਈ ਘਰ-ਬਾਰ ਤਿਆਗੀ ਫਿਰਦੇ ਜੋ, ਡਿਊਟੀ ਲਈ ਪਰਿਵਾਰ ਤਿਆਗੀ ਫਿਰਦੇ ਜੋ, ਐਸੇ ਦੇਸ਼ ਦੇ ਵੀਰਾਂ ਨੂੰ ਪ੍ਰਣਾਮ ਕਰੋ। ਓਏ ਹੱਥ ਨਾ ਕੱਟੋ, ਹੱਥਾਂ 'ਚ ਕੁਝ ਦਾਨ ਕਰੋ। ਕੋਰੋਨਾ ਵਾਇਰਸ ਦੀ ਜੰਗ ਲੜਨ ਵਾਲੇ ਦੇਸ਼ ਦੇ ਮਹਾਨ ਦੇਸ਼ ਭਗਤਾਂ ਨੂੰ ਸਲੂਟ। ਇਸ ਵੇਲੇ ਪੰਜਾਬ ਪੁਲਿਸ ਦਾ ਹਰ ਅਫਸਰ, ਹਰ ਸਿਪਾਹੀ ਆਪਣੀ ਡਿਊਟੀ ਨੂੰ ਮਹਬੂਬ ਸਮਝ ਕੇ ਹਰਜੀਤ ਸਿੰਘ ਲਈ ਇਹੀ ਗਾ ਰਿਹਾ ਹੈ ਕਿ ਤੇਰੀ ਖਿੱਚ ਕੇ ਸੋਹਣਿਆ ਫੋਟੋ ਜੇਬ ਵਿੱਚ ਪਾਈ ਫਿਰਦਾ ਵਰਦੀਏ ਤੈਨੂੰ ਨਹੀਂ ਹਿੱਕਣਾ ਲਾਈ ਫਿਰਦਾ, ਤੇਰਾ ਸੋਹਣੀਏ ਮਾਨ ਮਰ ਜਾਣਾ ਮੋਢੇ ਤੇ ਲਿਖਾਈ ਫਿਰਦਾ, ਪੀ ਨੀ ਸੁਣ ਸਾਡੀ ਵੱਜਦੀ ਪਿਆਰ ਦੀ ਸੀਟੀ, ਫੇਰ ਨਾ ਕਹਿਣਾ ਘਰ ਭੁੱਲ ਗਈ ਮੋੜ ਤੇ ਆ ਕੇ ਲੰਮੀ ਸੀਟੀ ਮਾਰ ਦਿੱਤਾ। ਸਾਡਾ ਹਰਜੀਤ ਪੰਜਾਬ ਪੁਲਿਸ ਦਾ ਸੋ ਤੁਸੀਂ ਇਹ ਦੇਖਿਆ ਸੁਣਿਆ ਗੁਰਦਾਸ ਮਾਨ ਦੇ ਉਹ ਲਫ਼ਜ਼, ਹੱਥ ਨਾ ਕੱਟੋ, ਹੱਥਾਂ ਤੇ ਕੁਝ ਦਾਨ ਕਰੋ। ਹੱਥ ਨਾ ਕੱਟੋ, ਇੱਕ ਹੱਥ ਕੱਟਿਆ ਗਿਆ, ਹੱਥਾਂ ਤੇ ਕੁਝ ਦਾਨ ਕਰੋ, ਨਸੀਹਤ ਦੇ ਰਹੇ ਨੇ ਗੁਰਦਾਸ ਮਾਨ ਜੀ, ਸਿੱਖਿਆ ਦੇ ਰਹੇ ਨੇ ਕਿ ਹੱਥ ਜਿਹੜੇ ਕੱਟ ਰਹੇ ਹੋ ਇਹਨਾਂ ਤੇ ਦਾਨ ਕਰੋ। ਸ਼ਾਇਦ ਜਿਹੜੇ ਪਿਛਲੇ ਕਈ ਮਹੀਨਿਆਂ ਤੋਂ ਦੁਨੀਆ ਭਰ ਦੇ ਵਿੱਚ ਦਾਨ ਕਰ ਰਹੇ ਨੇ, ਕਿਸੇ ਦੇ ਹੱਥ ਕੱਟਣਾ ਤਾਂ ਦੂਰ ਦੀ ਗੱਲ, ਕਿਸੇ ਦੇ ਬਦਖਿਲਾਫੀ ਦੇ ਵਿੱਚ ਦੋ ਸ਼ਬਦ ਤੱਕ ਨਹੀਂ ਬੋਲ ਰਹੇ, ਉਹਨਾਂ ਪ੍ਰਤੀ ਅਕਿਰਤ ਘਣਤਾ ਦੀ ਸੋਚ। ਇਸ ਤਰ੍ਹਾਂ ਹੀ ਇਹ ਕੁਝ ਹੋਰ ਕਲਾਕਾਰ ਜਿਨ੍ਹਾਂ ਦੀ ਗੱਲ ਕੀਤੀ ਹੈ। ਗੁਰਪ੍ਰੀਤ ਸਿੰਘ ਜੀ, ਇਹ ਜਿਹੜਾ ਸਾਰਾ ਸਿਲਸਿਲਾ ਚੱਲਿਆ, ਇਸ ਨੂੰ ਦ੍ਰਿਸ਼ ਜਿਹੜੇ ਅਸੀਂ ਸਾਂਝੇ ਵੀ ਕੀਤੇ ਆ, ਹੁਣੇ ਤੁਸੀਂ ਵੀ ਦੇਖਿਆ। ਸਭ ਤੋਂ ਪਹਿਲਾਂ ਗੱਲ ਇੱਥੋਂ ਹੀ ਸ਼ੁਰੂ ਕਰਦੇ ਹਾਂ ਕਿ ਘਟਨਾ ਦੇ ਪ੍ਰਸੰਗ ਦੇ ਵਿੱਚ ਮੈਂ ਵੀ ਹਰਜੀਤ ਸਿੰਘ ਦੀ ਜਿਹੜੀ ਇੱਕ ਸਿਲਸਿਲੇਵਾਰ ਮੂਵਮੈਂਟ ਚਲਾਈ ਜਾ ਰਹੀ ਹੈ, ਇਸ ਬਾਰੇ ਤੁਸੀਂ ਕੀ ਮਹਿਸੂਸ ਕਰਦੇ ਹੋ? ਦੇਖੋ, ਗੱਲ ਬੜੀ ਸਪਸ਼ਟ ਹੈ। ਅਸੀਂ ਪਹਿਲਾਂ ਵੀ ਇਹਨਾਂ ਪ੍ਰੋਗਰਾਮਾਂ ਵਿੱਚ ਆਵਾਜ਼ੇ ਪੰਜਾਬ ਨੂੰ ਵਧਾਈ ਜਿਹੜੀ ਚਾਹੁੰਦਾ ਮੈਂ ਕਿ ਇਸ ਤਰ੍ਹਾਂ ਦੇ ਮੁੱਦੇ ਉਸਨੇ ਲੋਕਾਂ ਸਾਹਮਣੇ ਰੱਖੇ ਨੇ, ਸ਼ੁਕਰੀਆ, ਜਿਸ ਦੇ ਉੱਤੇ ਬਹੁਤ ਘੱਟ ਹੁੰਦੀ ਗੱਲ। ਜਿਹੜੀ ਗੱਲ ਇਸ ਤਰ੍ਹਾਂ ਕਿ ਜਿਹੜਾ ਇੱਕ ਸਿਲਸਿਲਾ ਜਿਹੜਾ ਚੱਲ ਰਿਹਾ ਇਸ ਵੇਲੇ ਜੀ, ਕਰੋਨਾ ਵਾਇਰਸ ਦੀ ਆੜ ਹੇਠਾਂ ਅਸੀਂ ਵੇਖ ਰਹੇ ਹਾਂ ਇੱਕ ਕਵਾਇਦ ਚੱਲ ਰਹੀ ਹੈ ਕਿ ਵਿਰੋਧ ਦੀ ਆਵਾਜ਼ ਨੂੰ ਕਿਵੇਂ ਨੱਪਿਆ ਜਾਵੇ। ਭਾਰਤ ਇਸ ਸਮੇਂ ਉਹਨਾਂ ਗਿਰਜਾਂ ਦੇ ਕੋਲ ਹੈ ਜਿਨ੍ਹਾਂ ਦੀ ਇਹ ਕਵਾਇਦ ਰਹੀ ਸੀ ਪਹਿਲਾਂ ਵੀ, ਤੇ ਹੁਣ ਕਰੋਨਾ ਵਾਇਰਸ ਇੱਕ ਬਹਾਨਾ ਬਣ ਗਿਆ। ਜੀ, ਸ਼ਾਹੀਨ ਬਾਗ ਵਿੱਚ ਮੁਜ਼ਾਹਰਾ ਚੱਲ ਰਿਹਾ ਸੀ, ਉਹ ਚੁਕਵਾ ਦਿੱਤਾ ਗਿਆ। ਚਲੋ ਖੈਰ, ਲੋਕਾਂ ਨੇ ਆਪਣੇ ਤੌਰ 'ਤੇ ਵੀ ਕੋਆਪਰੇਟ ਕੀਤਾ ਕਿ ਅਸੀਂ ਬੜੇ ਵੱਡੇ ਇਕੱਠ ਨਹੀਂ ਕਰਨੇ, ਪਰ ਬਾਅਦ 'ਚ ਪੋਸਟਰ ਪਾੜੇ ਗਏ, ਨਾਅਰੇ ਪੂੰਝ ਦਿੱਤੇ ਗਏ। ਲਾਕਡਾਊਨ ਦੀ ਆੜ ਹੇਠਾਂ ਲੋਕਾਂ ਨਾਲ ਕੁੱਟਮਾਰ ਹੋਈ ਹੈ। ਪੰਜਾਬ ਪੁਲਿਸ ਦੀ ਬਰਬਰਤਾ ਬਾਰੇ ਤੁਸੀਂ ਆਪਣੀ ਭੂਮਿਕਾ 'ਚ ਬਹੁਤ ਵਧੀਆ ਤਰੀਕੇ ਨਾਲ ਦੱਸ ਦਿੱਤਾ। ਜੀ, ਨਿਹੰਗ ਸਿੰਘ ਦੀ ਜਿਹੜੀ ਘਟਨਾ ਹੋਈ ਹੈ, ਠੀਕ ਹੈ, ਨਿਖੇਧੀ ਕਰਦੇ ਹਾਂ। ਖਾਲਿਸਤਾਨੀ ਹਲਕਿਆਂ 'ਚ ਵੀ ਨਿਖੇਧੀ ਹੋਈ ਹੈ। ਡਾਕਟਰ ਅਮਰਜੀਤ ਸਿੰਘ ਵਰਗਾ ਇੱਕ ਵੱਡੇ ਕੱਦ ਵਾਲਾ ਜੀ, ਖਾਲਿਸਤਾਨ ਦਾ ਵਿਚਾਰਵਾਨ, ਉਹਨੇ ਆਪਣੇ ਟੀਵੀ ਚੈਨਲ ਦੇ ਉੱਤੇ ਵੀ ਕਿਹਾ ਕਿ ਅਸੀਂ ਨਿਖੇਧੀ ਕਰਦੇ ਹਾਂ। ਸੰਕਟ ਦੀ ਘੜੀ ਵਿੱਚ ਜਿਵੇਂ ਡਾਕਟਰ ਜਾਂ ਪੁਲਿਸ ਵਾਲੇ ਅੱਗੇ ਲੱਗ ਕੇ ਹਾਂਜੀ ਮੁਸ਼ਕਿਲਾਂ ਚੱਲ ਰਹੇ ਨੇ, ਬਹੁਤ ਮਾੜੀ ਗੱਲ ਹੋਈ ਹੈ। ਪਰ ਜਿਸ ਤਰੀਕੇ ਨਾਲ ਇਸ ਘਟਨਾ ਨੂੰ ਐਡੀ ਵੱਡੀ ਘਟਨਾ ਬਣਾ ਕੇ ਪੇਸ਼ ਕੀਤਾ ਜਾ ਰਿਹਾ, ਉਸ ਦੇ ਪਿੱਛੇ ਹੋ ਕੀ ਰਿਹਾ? ਜਿਹੜੀ ਵੀ ਸਟੇਟ ਦੀ ਬਰਬਰਤਾ ਦੀ ਕਾਰਵਾਈ ਹੈ, ਉਸ ਨੂੰ ਬੜੇ ਤਰੀਕੇ ਨਾਲ ਟਕਿਆ ਜਾ ਰਿਹਾ। ਦੇਖੋ, ਦੋ ਤਿੰਨ ਗੱਲਾਂ ਹੋਈਆਂ। ਪੁਲਿਸ ਵਾਲੇ ਤਾਂ ਕੁੱਟਮਾਰ ਕਰ ਰਹੇ ਨੇ, ਮੈਂ ਤਾਂ ਵੀਡੀਓ ਆਪ ਵੇਖੀ ਜਿਸ ਵਿੱਚ ਦੋ ਦਿਹਾੜੀਦਾਰ ਕਿਤੇ ਕੰਮ ਦੀ ਭਾਲ 'ਚ ਨਿਕਲਦੇ, ਉਹਨਾਂ ਨੂੰ ਕੁੱਟਿਆ ਜਾ ਰਿਹਾ ਜੀ। ਔਰ ਇੱਥੇ ਹੀ ਬਸ ਨਹੀਂ, ਕੋਵਿਡ-19 ਦੇ ਕਰਕੇ ਜੇਲ੍ਹਾਂ ਵਿੱਚ ਕਿਹੋ ਜਿਹਾ ਖਤਰਾ ਮੰਡਰਾ ਰਿਹਾ, ਉਸ ਨੂੰ ਲੈ ਕੇ ਲੋਕਾਂ ਨੇ ਆਪਣੀ ਚਿੰਤਾ ਜ਼ਾਹਰ ਕੀਤੀ। ਬਿਲਕੁਲ, ਉਹਨਾਂ ਨੇ ਕਿਹਾ ਕਿ ਸਿਆਸੀ ਕੈਦੀ ਛੱਡ ਦਿੱਤੇ ਜਾਣ। ਪ੍ਰੋਫੈਸਰ ਜੀਐਨ ਸਾਹਿਬ ਬਾਬਾ, ਜਿਹੜਾ 19 ਬਿਮਾਰੀਆਂ ਨਾਲ ਜੂਝ ਰਿਹਾ ਪਹਿਲਾਂ ਹੀ, ਅਪਾਹਜ ਬੰਦਾ, ਉਹਨੂੰ ਛੱਡਿਆ ਜਾਵੇ। ਛੱਡਣਾ ਤੇ ਦੂਰ ਦੀ ਗੱਲ ਆ, ਸਗੋਂ ਨਵੇਂ ਫੜ ਕੇ ਅੰਦਰ ਸੁੱਟੇ ਗਏ ਨੇ ਜੀ। ਤੇਲ ਤੁਬੜੇ ਨੂੰ ਸੁੱਟਿਆ ਗਿਆ, ਨਵਲਖੇ ਨੂੰ ਸੁੱਟਿਆ ਗਿਆ। ਔਰ ਜੇਲ੍ਹਾਂ ਦੀ ਹਾਲਤ ਕੀ, ਕੈਨੇਡਾ ਵਰਗੇ ਮੁਲਕ ਦੇ ਵਿੱਚ ਜੇਲ੍ਹਾਂ ਦੀ ਹਾਲਤ ਇੰਨੀ ਮਾੜੀ ਹੋ ਚੁੱਕੀ ਹੈ। ਮਿਸ਼ਨ ਇਲਾਕੇ ਵਿੱਚ ਇਹ ਖਤਰਾ ਕਿ ਸ਼ਾਇਦ ਉਸ ਜੇਲ੍ਹ ਵਿੱਚ ਜਿਹੜੀ ਬਿਮਾਰੀ ਫੈਲੀ ਕੋਵਿਡ ਦੀ, ਉਹ ਇਲਾਕੇ ਤੱਕ ਫੈਲ ਸਕਦੀ ਹੈ। 65 ਕੇਸ ਸਾਹਮਣੇ ਆਏ ਨੇ, ਕੈਦੀ ਮਰ ਚੁੱਕਿਆ। ਹਾਲਾਂਕਿ ਇੱਥੇ ਪੂਰੇ ਪ੍ਰਬੰਧ ਜਾਂ ਨਿਜ਼ਾਮ ਦਾ ਜਿਹੜਾ ਚਿੰਤਾਜਨਕ ਮਾਹੌਲ ਦੇ ਵਿੱਚ ਦੀ ਵੀ ਇਹ ਸਾਰਾ ਕੁਝ ਚੱਲ ਰਿਹਾ। ਬਿਲਕੁਲ, ਨਾਲੇ ਗੁਰਨਰ ਸਿੰਘ ਜੀ, ਇਹ ਵਿਕਸਿਤ ਨੇ, ਜੇ ਇਹ ਨਹੀਂ ਮੌਕਾ ਸਾਂਭ ਸਕੇ ਤੇ ਭਾਰਤ ਦੀਆਂ ਜੇਲ੍ਹਾਂ ਬਾਰੇ ਬਜਾਏ ਇਹਨਾਂ ਗੱਲਾਂ ਦੇ ਕਿੱਤੂ ਪ੍ਰਦੂ ਕਰਨ ਦੇ, ਜਿਹੜਾ ਸਟੇਟ ਦਾ
ਜੱਗੀ ਜੌਲ ਨਾਂ ਦਾ ਨੌਜਵਾਨ ਜੇਲ੍ਹ 'ਚ ਸੜ ਰਿਹਾ, ਕਿੰਨੇ ਚਿਰ ਹੋ ਗਿਆ, 2017 ਅੰਦਰ ਦਿੱਤਾ ਹੋਇਆ ਜੀ। ਕੀ ਉਹਨੂੰ ਛੱਡਿਆ ਗਿਆ? ਇਹ ਸੰਕਟ ਦੀ ਘੜੀ ਛੱਡਣਾ ਬਣਦਾ ਸੀ, ਛੱਡਿਆ ਨਹੀਂ ਗਿਆ। ਕੀ ਕਦੇ ਗੁਰਦਾਸ ਮਾਨ ਜਾਂ ਇਹਨਾਂ ਲੋਕਾਂ ਨੇ ਕਦੇ ਇਹ ਕਿਹਾ ਕਿ ਮੈਂ ਵੀ ਜੱਗੀ ਜੌਲ ਹਾਂ? ਜਿਹੜੇ 3 ਨੌਜਵਾਨ ਸਿੱਖ ਨੌਜਵਾਨ ਉਮਰ ਕੈਦ ਦੀ ਸਜ਼ਾਵਾਂ ਦਿੱਤੀਆਂ ਗਈਆਂ ਸਿਰਫ ਇਸ ਵਾਸਤੇ ਕਿ ਉਹ ਕਿਤਾਬਾਂ ਸੀਗੀਆਂ ਜਿਹੜੀਆਂ ਸਟੇਟ ਤੇ ਫਿਟ ਨਹੀਂ ਸੀ ਆਉਂਦੀਆਂ। ਕੀ ਕਦੇ ਇਹਨਾਂ ਕਲਾਕਾਰਾਂ ਵਿੱਚੋਂ ਕਿਸੇ ਨੇ ਕਿਹਾ ਕਿ ਅਸੀਂ ਉਹ ਹਾਂ? ਗੁਰਬਖਸ਼ ਸਿੰਘ ਜੀ ਜਿਨ੍ਹਾਂ ਨੇ ਆਪਣੀ ਜਾਨ ਦੇ ਦਿੱਤੀ ਸਿਆਸੀ ਕੈਦੀਆਂ ਵਾਸਤੇ, ਬੰਦੀ ਸਿੰਘਾਂ ਵਾਸਤੇ, ਔਰ ਟੰਕੀ ਨੂੰ ਛਾਲ ਮਾਰ ਕੇ, ਕੀ ਕਿਸੇ ਨੇ ਕਿਹਾ ਮੈਂ ਗੁਰਬਖਸ਼ ਸਿੰਘ ਹਾਂ? ਇਹਨਾਂ ਕਲਾਕਾਰਾਂ ਨੂੰ ਤਾਂ ਮੈਂ ਕਿਸੇ ਨੇ ਵੇਖਿਆ ਨਹੀਂ। ਜਾਂ ਕਿਸੇ ਨੇ ਕਿਹਾ ਮੈਂ ਸਾਈ ਬਾਬਾ ਹਾਂ। ਗੌਰੀ ਲੰਕੇਸ਼ ਦਾ ਕਤਲ ਹੋਇਆ, ਜਿਹੜੇ ਸੁਹਿਰਦ ਲੋਕ ਸੀ ਉਹਨਾਂ ਨੇ ਕਿਹਾ ਸੀ ਵੀ ਗੌਰੀ ਲੰਕੇਸ਼ ਹਾਂ, ਸਾਨੂੰ ਵੀ ਗੋਲੀ ਮਾਰੋ। ਕੀ ਇਹਨਾਂ ਕਲਾਕਾਰਾਂ ਨੇ ਕਦੇ ਉਦੋਂ ਸਟੈਂਡ ਲਿਆ? ਇੱਕ ਪੁਲਿਸ ਵਾਲੇ ਵਾਸਤੇ ਤੁਸੀਂ ਸਟੈਂਡ ਲੈ ਰਹੇ ਹੋ, ਮੈਂ ਵੀ ਹਰਜੀਤ। ਇਹ ਤਾਂ ਗੱਲ ਬੜੀ ਸੌਖੀ ਕਰਨੀ। ਸਟੇਟ ਦੇ ਹੱਕ 'ਚ ਭੁਗਤਣਾ ਬਹੁਤ ਸੌਖਾ ਕੰਮ ਹੈ। ਔਰ ਇਹੋ ਜਿਹੇ ਰਾਜ ਗਾਇਕਾਂ ਤੋਂ ਹੋਰ ਆਸ ਵੀ ਕੀ ਕੀਤੀ ਜਾ ਸਕਦੀ ਹੈ? ਜਿਹੜੇ ਕੱਲ ਤੱਕ ਇਹ ਕਹਿੰਦੇ ਸੀ ਕਿ ਪੰਜਾਬੀ ਜਿਹੜੀ ਬੋਲੀ ਹੈ ਸਿਰਫ ਉਹਨੂੰ ਨਾ ਚਿਮੜੇ ਰਹੋ, ਖੂਦ ਡੱਡੂ ਬਣੇ ਰਹੋਗੇ। ਉਹ ਸੱਜਣ ਜਿਹੜੇ ਕਿਸੇ ਵੇਲੇ ਕਹਿੰਦੇ ਸੀ, ਗੀਤ ਗਾਉਂਦੇ ਸੀਗੇ, ਪੰਜਾਬੀ ਜ਼ਬਾਨੇ ਰਕਾਨੇ ਮੇਰੇ ਦੇਸ਼ ਦੀ ਹੈ, ਕਿੰਨੇ ਤੇਰਾ ਲਾ ਲਿਆ ਸ਼ਿੰਗਾਰ। ਅੱਜ ਤਾਂ ਸ਼ਿੰਗਾਰ ਉਹਨਾਂ ਨੇ ਆਪ ਹੀ ਲਾ ਦਿੱਤਾ ਇਹ ਗੱਲ ਕਹਿ ਕੇ ਜੀ। ਔਰ ਜਿਹੜੇ ਲੋਕ ਉਹਨਾਂ ਨੂੰ ਅਜੇ ਵੀ ਕਹਿ ਰਹੇ ਨੇ ਗੁਰਦਾਸ ਮਾਨ ਪੰਜਾਬ ਦਾ ਮਾਣ ਨੇ, ਮੈਂ ਸਿੱਧਾ ਕਹਿਣਾ ਠੋਕ ਕੇ ਇਸ ਮੰਚ ਤੋਂ, ਉਹ ਪੰਜਾਬ ਦਾ ਮਾਣ ਨਹੀਂ ਗੇ, ਉਹ ਬੀਜੇਪੀ ਦੇ ਹਨੂਮਾਨ ਨੇ। ਇਹ ਬਾਰ-ਬਾਰ ਗੱਲਾਂ ਹੋ ਰਹੀਆਂ ਨੇ ਸਟੇਟ ਦੇ ਹੱਕ 'ਚ ਭੁਗਤਣ ਵਾਲੀਆਂ, ਇੱਕ ਵਾਰੀ ਨਹੀਂ ਅਨੇਕਾਂ ਮਿਸਾਲਾਂ ਨੇ। ਸੋ ਚਾਹੇ ਸਿੱਧੂ ਮੂਸੇਵਾਲਾ ਹੋਵੇ, ਚਾਹੇ ਗੁਰਦਾਸ ਮਾਨ, ਸੋਚ ਉਹੀ ਕੰਮ ਕਰ ਰਹੀ ਹੈ। ਤੁਸੀਂ ਜਿਨ੍ਹਾਂ ਨੁਕਤਿਆਂ ਨੂੰ ਆਧਾਰ ਬਣਾਇਆ ਤੇ ਜਿਨ੍ਹਾਂ ਵਿਅਕਤੀਆਂ ਦੀ ਗੱਲ ਕੀਤੀ ਹੈ, ਇਹ ਇੱਕ ਬਹੁਤ ਵੱਡੀ ਤਰਾਸਦੀ ਹੈ ਕਿ ਕਹਿੰਦੇ ਹੁੰਦੇ ਕਿ ਪੰਜਾਬੀ ਮਾਂ ਬੋਲੀ ਨੇ ਸਾਰਾ ਕੁਝ ਦਿੱਤਾ ਇਹਨਾਂ ਨੂੰ, ਉਹਦੇ ਸਿਰੋਂ ਇਹਨਾਂ ਨੇ ਖਾਧਾ। ਪਰ ਇੱਕ ਟਾਈਮ ਆਇਆ ਤੇ ਇਹਨਾਂ ਨੇ ਇੱਕ ਭਾਸ਼ਾ ਇੱਕ ਰਾਸ਼ਟਰ ਦਾ ਨਾਅਰਾ ਦੇ ਦਿੱਤਾ। ਦਿੱਤਾ ਵੀ ਇੱਥੋਂ ਹੀ, ਕੈਨੇਡਾ ਤੋਂ ਹੀ, ਇਸੇ ਧਰਤੀ ਤੋਂ ਹੀ। ਉਸ ਵੇਲੇ ਲੋਕਾਂ ਨੇ ਵਿਰੋਧ ਵੀ ਕੀਤਾ। ਉਸ ਵਿਰੋਧ ਦੇ ਚੱਲਦਿਆਂ ਇਹਨਾਂ ਨੇ ਉਹ ਸ਼ਬਦ ਜਿਹੜੇ ਕਿ ਅਸੀਂ ਇਸ ਵੇਲੇ ਸੈਂਕੜੇ ਹਜ਼ਾਰਾਂ ਦਰਸ਼ਕ ਜਿਹੜੇ ਸਾਡੇ ਜੁੜੇ ਹੋਏ ਨੇ ਕਹਿ ਨਹੀਂ ਸਕਦੇ, ਪਰ ਇਸ਼ਾਰਤਨ ਜ਼ਰੂਰ ਕਹਿੰਦੇ ਆ ਕਿ ਇਹ ਕਿਹਾ ਕਿ ਆਹ ਜਿਹੜਾ ਵਿਰੋਧ ਕਰਨ ਲਈ ਪੋਸਟਰ ਲਿਆਂਦਾ ਇਹਦੀ ਪੂਣੀ ਵੱਟ ਲਓ। ਅੱਗੇ ਜੋ ਕਿਹਾ ਉਹਨਾਂ ਨੇ ਉਹ ਸ਼ਾਇਦ ਇਹ ਗੁਰਦਾਸ ਮਾਨ ਵਰਗੇ ਆਪਣੇ ਘਰਾਂ 'ਚ ਇਹ ਅਕਸਰ ਵਰਤਦੇ ਹੋਣਗੇ ਜਾਂ ਕਹਿੰਦੇ ਹੋਣਗੇ। ਪਰ ਉਹ ਚੀਜ਼ ਤੋਂ ਬਾਅਦ ਫਿਰ ਅੱਗੇ ਜਿਹੜਾ ਸਿਲਸਿਲਾ ਚੱਲਿਆ, ਇਹਨਾਂ ਨੇ ਲਗਾਤਾਰ ਜਿਹੜਾ ਜਿੱਥੇ ਵੀ ਮੌਕਾ ਮਿਲਿਆ ਇਹ ਗੱਲ ਨੂੰ ਆਪਣੀ ਨੂੰ ਸੁਧਾਰਨ ਦੀ ਥਾਂ ਤੇ ਉਸ ਨੂੰ ਵਿਗਾੜਿਆ ਤੇ ਵਿਗਾੜ ਦੇ ਇੱਥੋਂ ਤੱਕ ਕਹਿਤਾ ਕਿ ਤੁਸੀਂ ਖੂਹ ਦੇ ਡੱਡੂ ਨੂੰ, ਜਿਵੇਂ ਜ਼ਿਕਰ ਕੀਤਾ। ਪਰ ਹੁਣ ਜਦੋਂ ਇਹ ਮੌਕਾ ਆਇਆ ਕਿ ਸਰਕਾਰੀ ਕਿਸਮ ਦਾ ਜਿਹੜਾ ਮਾਹੌਲ ਹੈ ਉਸ ਨੇ ਇੱਕ ਵਿਅਕਤੀ ਦੇ ਉੱਤੇ ਹੋਏ ਹਮਲੇ ਨੂੰ ਆਧਾਰ ਬਣਾ ਕੇ ਆਪਣੀਆਂ ਸਾਰੀਆਂ ਗਲਤੀਆਂ ਨੂੰ ਛੁਪਾਉਣ ਲਈ ਇੱਕ ਹਕੂਮਤ ਦੇ ਹੱਕ ਦੇ ਵਿੱਚ ਕਵੈਤ ਚਲਾਈ ਤੇ ਉਸ ਦੇ ਵਿੱਚ ਮਿੰਟੋ ਮਿੰਟ ਇਹ ਵਿਅਕਤੀ ਉਛਲ ਕੇ ਛਾਲ ਮਾਰ ਕੇ ਸਾਹਮਣੇ ਆ ਗਏ ਕਿ ਜੀ ਲਓ ਅਸੀਂ ਵੀ ਹਾਂ ਤੇ ਸਾਡੇ ਵੱਲ ਦੇਖੋ, ਇਹਨਾਂ ਦੇ ਹੱਥ ਨਾ ਵੱਢੋ, ਹੱਥਾਂ ਤੇ ਕੁਝ ਦਾਨ ਕਰੋ। ਗੁਰਪ੍ਰੀਤ ਸਿੰਘ ਜੀ, ਇਸ ਤੋਂ ਪਹਿਲਾਂ ਕਿ ਹੋਰ ਗੱਲ ਕਰੀਏ, ਆਹ ਜਿਹੜਾ ਸੈਂਟੈਂਸ ਹੈ ਜਿਸ ਵਿਅਕਤੀ ਦੇ ਵੱਲੋਂ ਇਹ ਵਾਕ ਬੋਲਿਆ ਗਿਆ ਗੁਰਦਾਸ ਮਾਨ ਦੇ ਵੱਲੋਂ, ਹੱਥ ਨਾ ਵੱਢੋ, ਹੱਥਾਂ ਤੇ ਕੋਈ ਦਾਨ ਕਰੋ, ਹਿਸਟੋਰੀਕਲ ਪ੍ਰੋਸਪੈਕਟਿਵ ਦੇ ਵਿੱਚ ਕਰੋਨਾ ਵਾਇਰਸ ਦੇ ਨਾਂ ਦੇ ਉੱਪਰ ਇਹ ਵਾਕ ਦੇਣਾ ਤੇ ਦੁਨੀਆ ਭਰ ਦੇ ਵਿੱਚ ਹੱਥਾਂ ਤੇ ਦਾਨ ਕਰਨ ਵਾਲੇ, ਵੱਢਿਆ ਤਾਂ ਨਿਹੰਗ ਸਿੰਘ ਨੇ ਹੈ, ਕੁਦਰਤੀ ਗੱਲ ਹੈ, ਸੁਭਾਵਿਕ ਹੈ, ਇੱਕੋ ਦਮ ਖਿਆਲ ਆਉਂਦਾ, ਇੱਕ ਇਮੇਜ ਆ ਜਾਂਦਾ ਹਰੇਕ ਦੇ, ਤੇ ਦਾਨ ਕਰਨ ਦੀ ਗੱਲ ਕਰੋ, ਨਸੀਹਤ ਦੇ ਰਹੇ ਨੇ। ਤੁਸੀਂ ਥੋੜਾ ਜਿਹਾ ਚਾਨਣਾ ਪਾਓ ਕਿ ਸੰਸਾਰ ਦੇ ਵਿੱਚ ਇਸ ਵੇਲੇ ਇਹ ਕੌਮ ਦਾ ਰੋਲ ਕੀ ਆ? ਦੇਖੋ ਗੱਲ ਇਸ ਤਰ੍ਹਾਂ, ਜਿਹੜਾ ਮੈਨੂੰ ਲੱਗਦਾ ਕੈਨੇਡਾ ਵਿੱਚ ਬਹੁਤ ਸਾਰੇ ਜਿਹੜੇ ਲੋਕ ਨੇ ਜੀ ਉਹ ਕਾਫੀ ਸੁਹਿਰਦ ਨੇ ਕੁਝ ਖਾਸ ਮਸਲਿਆਂ ਨੂੰ ਲੈ ਕੇ, ਚਾਹੇ ਹਿਊਮਨ ਰਾਈਟਸ ਦਾ ਮਸਲਾ ਹੋਵੇ, ਪੰਜਾਬੀ ਜ਼ੁਬਾਨ ਦਾ ਮਸਲਾ ਹੋਵੇ, ਈਵਨ ਸਿੱਖੀ ਪਛਾਣ ਦਾ ਮਸਲਾ ਵੀ ਹੋਵੇ। ਸੋ ਕਾਫੀ ਲੋਕ ਸੁਹਿਰਦ ਨੇ ਇੱਥੇ। ਜਦੋਂ ਗੁਰਦਾਸ ਮਾਨ ਨੇ ਇੱਥੇ ਆ ਗੱਲਾਂ ਕਹੀਆਂ, ਉਹਨਾਂ ਨੂੰ ਤਕਲੀਫ ਹੋਈ ਸੀ ਇਸ ਗੱਲ ਦੀ, ਉਹਨਾਂ ਨੇ ਵਿਰੋਧ ਪ੍ਰਗਟਾਇਆ ਆਪਣਾ। ਬਿਲਕੁਲ। ਸੋ ਉਹ ਕਿਧਰੇ ਨਾ ਕਿਧਰੇ ਗੁਰਦਾਸ ਮਾਨ ਜਾਂ ਇਹਨਾਂ ਲੋਕਾਂ ਦੇ ਮਨਾਂ 'ਚ ਬੈਠਿਆ ਹੋਇਆ ਕਿ ਬਾਹਰ ਜਿਹੜਾ ਡਿਆਸਪੋਰਾ ਹੈ, ਜਿਉਂਦੀ ਜਾਗਦੀ ਜ਼ਮੀਰ ਦੇ ਲੋਕਾਂ ਦਾ, ਉਹਨੂੰ ਕਿਵੇਂ ਲੰਮੇ ਹੱਥੀਂ ਲਿਆ ਜਾਵੇ। ਸੋ ਇਹ ਜਿਹੜੀ ਫਰੇਮਿੰਗ ਹੈ ਸਾਰੀ ਲੈਂਗੁਏਜ ਦੀ, ਜੇ ਆਪਾਂ ਧਿਆਨ ਨਾਲ ਵੇਖੀ, ਜਿਵੇਂ ਤੁਸੀਂ ਇਮੇਜ ਦੀ ਐਗਜ਼ਾਮਪਲ ਦਿੱਤੀ ਹੈ, ਮਨ 'ਚ ਇੱਕ ਬਿੰਬ ਬਣਦਾ ਲੋਕਾਂ ਦੇ। ਸੋ ਇਹ ਜ਼ਾਹਿਰਾ ਤੌਰ ਤੇ ਕੋਈ ਨਾ ਕੋਈ ਉਸ ਕਵੈਤ ਦਾ ਹਿੱਸਾ ਹੈ ਕਿ ਜਿਹੜਾ ਬਾਹਰ ਇਹਨਾਂ ਉਹਦੇ ਨਿਹੰਗ ਸਿੰਘ ਦੇ ਕਾਰੇ ਤੋਂ ਬਾਅਦ ਇੱਕਦਮ ਸਟੇਟ ਦੇ ਖਿਲਾਫ ਲੋਕੀ ਬੋਲੇ ਨੇ, ਹਰਜੀਤ ਸਿੰਘ ਨਾਲ ਖੜਾ ਨਹੀਂ ਹੋਇਆ, ਜਾਂ ਇਹ ਕਹਿਣਾ ਕਿ ਵੀ ਖਾਲਿਸਤਾਨੀ ਜਿਹੜੇ ਹਲਕੇ ਦੇ ਲੋਕ ਨੇ ਉਹ ਜਸਟੀਫਾਈ ਕਰ ਰਹੇ ਨੇ, ਇਸ ਕਿਸਮ ਦੀਆਂ ਗੱਲਾਂ ਬਹੁਤ ਦਲੀਲਾਂ ਦੇ ਕੇ ਕੀਤੀਆਂ ਗਈਆਂ। ਸੋ ਹਰਜੀਤ ਸਿੰਘ ਦੇ ਹੱਕ 'ਚ ਅਮਰਿੰਦਰ ਸਿੰਘ ਖੜਾ ਹੈ ਹੀ, ਮੁੱਖ ਮੰਤਰੀ ਹੈ, ਉਹਨੇ ਤਾਂ ਖੜਨਾ ਹੀ ਹੈ, ਇਹ ਵੀ ਖੜ ਗਏ। ਇਸ ਤਰੀਕੇ ਨਾਲ ਦੂਜੀਆਂ ਪਾਰਟੀਆਂ ਦੇ, ਚਾਹੇ ਫੂਲਕਾ ਸਾਹਿਬ ਦੀ ਗੱਲ ਕਰ ਲਓ, ਚਾਹੇ ਕਿਸੇ ਦੀ ਗੱਲ ਕਰ ਲਓ, ਉਹਨਾਂ ਦੇ ਬਿਆਨ ਵੀ ਵੇਖ ਲਓ ਕਿੱਦਾਂ ਦੇ। ਸੋ ਇਹੋ ਜਿਹੇ ਮਾਹੌਲ ਦੇ ਵਿੱਚ ਜਿਹੜਾ ਇਹ ਕਹਿਣਾ, ਹੁਣ ਇਤਰਾਜ਼ਯੋਗ ਗੱਲ ਇਹ ਹੈ, ਇਹ ਕਹਿਣਾ ਹੱਥ ਨਾ ਵੱਢੋ, ਦਾਨ, ਹੱਥਾਂ ਦੇ ਦਾਨ ਰੱਖੋ। ਤੁਸੀਂ ਤੇ ਇਹ ਗੱਲ ਤਾਂ ਕਹਿੰਦੇ ਸੁਭਦੇ ਜੇ ਇਹ ਲਗਾਤਾਰ ਲੜੀਵਾਰ ਸਿਲਸਿਲਾ ਚੱਲ ਰਿਹਾ ਕਿ ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ ਕਿਤੇ ਹੱਥ ਵੱਢਿਆ। ਵੱਢੋ, ਹੱਥ ਵੱਢਿਆ ਨਹੀਂ ਗਿਆ, ਹੱਥ ਨਾ ਵੱਢੋ। ਹਾਂ, ਹੱਥ ਵੱਢਣ ਦੀ ਘਟਨਾ ਇੱਕ ਹੋਈ ਹੈ, ਇੱਕੋ ਘਟਨਾ ਹੋਈ ਹੈ।
ਦਾਨ ਦੀਆਂ ਮਿਸਾਲਾਂ ਦੇ ਅਨੇਕਾਂ ਨੇ ਸਾਡੇ ਕੋਲ। ਅਤੇ ਉਹ ਦਾਨ ਗੁਰਦਾਸ ਮਾਨ ਨੂੰ ਪੁੱਛ ਕੇ ਲੋਕਾਂ ਨੇ ਦੇਣਾ, ਉਹ ਤਾਂ ਕਦੋਂ ਦਾ ਦੇ ਰਹੇ ਨੇ, ਇਸ ਘਟਨਾ ਤੋਂ ਪਹਿਲਾਂ ਤੋਂ ਦਾਨ ਕਰ ਰਹੇ ਨੇ। ਇਹ ਘਟਨਾ ਤਾਂ ਹੁਣ ਵਾਪਰੀ ਹੈ, ਸਟੇਟ ਰਿਪਰੈਸ਼ਨ ਉਸ ਤੋਂ ਪਹਿਲਾਂ ਤੋਂ ਚੱਲ ਰਿਹਾ, ਉਸ ਤੇ ਗੁਰਦਾਸ ਮਾਨ ਨੇ ਕੋਈ ਲਫ਼ਜ਼ ਨਹੀਂ ਬੋਲਿਆ ਮੂੰਹ ਚੋਂ। ਪਰ ਜਿਹੜਾ ਦਾਨ ਦਾ ਸਿਲਸਿਲਾ ਉਹ ਇਸ ਘਟਨਾ ਤੋਂ ਕਿਤੋਂ ਪਿੱਛੋਂ ਤੋਂ ਚੱਲ ਰਿਹਾ। ਖਾਲਸਾ ਏਡ ਨੇ ਕਦੋਂ ਦਾਨ ਨਹੀਂ ਕੀਤਾ ਦੱਸੋ ਜੀ। ਖਾਲਸਾ ਏਡ ਵਾਲਿਆਂ ਨੇ ਦੁਨੀਆ ਭਰ 'ਚ ਲੰਗਰ ਲਾਏ। ਕਰੋਨਾ ਤਾਂ ਹੁਣ ਆਇਆ, ਕਰੋਨਾ ਤੋਂ ਪਹਿਲਾਂ ਕਿੰਨੇ ਸੰਕਟ ਆ ਚੁੱਕੇ ਨੇ। ਸੀਰੀਆ ਵਿੱਚ ਕੀ ਹੋ ਰਿਹਾ, ਦੁਨੀਆ 'ਚ ਜਿਹੜੇ ਵੱਡੇ ਵੱਡੇ ਭੁਚਾਲ ਆਏ ਆ ਉਹ ਹਰ ਥਾਂ ਗਏ ਨੇ ਤੇ ਜਾਨ ਤਲੀ ਤੇ ਧਰ ਕੇ ਬਿਲਕੁਲ ਗਏ, ਮੌਤ ਦੇ ਮੂੰਹ 'ਚ। ਤੇ ਇਹੋ ਜਿਹੇ ਮੌਕੇ ਦੇ ਉੱਤੇ ਤੁਸੀਂ ਸਾਰੀਆਂ ਗੱਲਾਂ ਦੇ ਪੋਚਾ ਫੇਰ ਦਿਓ, ਇੱਕੋ ਘਟਨਾ ਨੂੰ ਵਾਰ ਦਿਓ, ਤਾਂ ਜੋ ਸਟੇਟ ਦੀ ਸਾਰੀ ਕਾਰਵਾਈ ਜਿਹੜੀ ਹੈ ਜਸਟੀਫਾਈ ਹੋ ਜਾਂਦੀ ਹੈ। ਔਰ ਇੱਕ ਪ੍ਰਚਾਰ ਇਹ ਵੀ ਹੋ ਰਿਹਾ ਅੱਜ ਕੱਲ੍ਹ ਕਿ ਪੰਜਾਬ ਪੁਲਿਸ ਬਹੁਤ ਸੁਲਝੇ ਹੋਏ ਢੰਗ ਨਾਲ ਕੰਮ ਕਰ ਰਹੀ ਹੈ। ਕੋਈ ਮੋਹਾਲੀ ਤੋਂ ਗੱਲ ਕਹਿ ਰਿਹਾ, ਕੋਈ ਲੁਧਿਆਣੇ ਸ਼ਹਿਰ ਤੋਂ ਕਹਿ ਰਿਹਾ। ਸ਼ਹਿਰਾਂ 'ਚੋਂ ਗੱਲਾਂ ਜਿਹੜੀਆਂ ਸੁਣਨੀਆਂ ਸੁਭਾਵਕ ਨੇ, ਸ਼ਹਿਰਾਂ ਦੇ ਵਿੱਚ ਉਹਨਾਂ ਦਾ ਵਰਤਾਓ ਜੀ ਸ਼ਹਿਰੀ ਲੋਕਾਂ ਨਾਲ ਵੱਖਰੇ ਕਿਸਮ ਦਾ ਰਿਹਾ ਜੀ। ਦਿਹਾਤੀ ਇਲਾਕਿਆਂ 'ਚ, ਪੇਂਡੂ ਇਲਾਕਿਆਂ 'ਚ ਕਿਵੇਂ ਹੋ ਰਿਹਾ, ਗਰੀਬ ਗੁਰਬਿਆਂ ਨਾਲ ਕਿਹੋ ਜਿਹਾ ਉਹਨਾਂ ਦਾ ਵਰਤਾਓ ਹੋਗਾ। ਗੱਲ ਤਾਂ ਇਹ ਆ, ਚੰਗੀ ਸੁਸਾਇਟੀ ਉਹ ਨਹੀਂ ਹੁੰਦੀ ਕਿ ਜਿਹੜੀ ਕਵੇ ਕਿ ਸਾਡੇ ਕੋਲ ਵੱਧ ਕਾਰਾਂ ਨੇ, ਸਾਡੇ ਕੋਲ ਵੱਧ ਸੁੰਦਰ ਇਮਾਰਤਾਂ ਨੇ, ਜਾਂ ਸਾਡੇ ਕੋਲ ਜ਼ਿਆਦਾ ਮਤਲਬ ਅਸੀਂ ਮਾੜਾ ਮਾਲ ਹਾਂ। ਵਧੀਆ ਸੁਸਾਇਟੀ ਉਹ ਹੁੰਦੀ ਜਿਹੜੀ ਇਹ ਕਵੇ ਕਿ ਸਾਡੇ ਇਸ ਸਮਾਜ ਦੇ ਵਿੱਚ ਜਿਹੜਾ ਸਭ ਤੋਂ ਮਾੜਾ ਵਿਅਕਤੀ ਹੈ, ਉਸ ਦੇ ਪ੍ਰਤੀ ਅਸੀਂ ਕਿਹੋ ਜਿਹਾ ਵਰਤਾਓ ਰੱਖਦੇ ਹਾਂ। ਕੀ ਅਸੀਂ ਉਹਨੂੰ ਬਰਾਬਰ ਰੱਖਿਆ, ਕੀ ਅਸੀਂ ਉਹਨੂੰ ਕਲਾਵੇ 'ਚ ਲਿਆ, ਕੀ ਅਸੀਂ ਉਹਦੇ ਦੁੱਖ ਦਰਦ ਦੂਰ ਕੀਤੇ ਨੇ। ਚੰਗੇ ਸੁਸਾਇਟੀ ਦਾ ਮਾਪਦੰਡ ਉਹ ਆ। ਉੱਥੇ ਤਾਂ ਇਹ ਸਾਰੇ ਫੇਲ ਹੋਏ ਨੇ। ਤੇ ਤੁਸੀਂ ਜੇ ਸ਼ਹਿਰਾਂ 'ਚ ਬੈ ਕੇ ਗਈ ਹੋ ਜੀ ਸਾਡੇ ਨਾਲ ਪੁਲਿਸ ਦਾ ਵਰਤਾਓ ਬਹੁਤ ਚੰਗਾ ਹੋਊਗਾ ਜੀ, ਬਟ ਵਾਟ ਅਬਾਊਟ ਅਦਰਸ ਜਿਹੜੇ ਬਾਹਰ ਬੈਠੇ ਆ। ਹਾਂਜੀ, ਇਹੀ ਗੱਲ ਅਖਬਾਰਾਂ ਨੇ ਵੀ ਇਹੋ ਜਿਹਾ ਰੋਲ ਆਪਣਾ ਪਲੇ ਕੀਤਾ ਹੋਇਆ ਕਿ ਲੋਕਾਂ ਦੇ ਵਿੱਚ ਜਿਹੜੀ ਅਸਲ ਜਾਣਕਾਰੀ ਆ ਹੀ ਨਹੀਂ ਰਹੀ। ਲੋਕੀ ਭੁਲੇਖੇ 'ਚ ਬੈਠੇ ਕਿ ਬਹੁਤ ਵਧੀਆ ਕੰਮ ਹੋ ਰਿਹਾ। ਸੋ ਨਿਹੰਗ ਸਿੰਘ ਦੀ ਜਿਹੜੀ ਘਟਨਾ ਹੋਈ ਹੈ, ਨੋ ਡਾਊਟ ਕਿ ਮਾੜੀ ਗੱਲ ਹੋਈ, ਪਰ ਮੈਂ ਥੋੜਾ ਜਿਹਾ ਇੱਥੇ ਗੱਲ ਕਹਿਣੀ ਚਾਹੂੰਗਾ ਗੁਰਬਖਸ਼ ਸਿੰਘ ਜੀ, ਲੋਕਾਂ ਨੂੰ ਉਹ ਵੀਡੀਓ ਵੇਖਣਾ ਚਾਹੀਦਾ ਜਿਹਦੇ 'ਚ ਇਹ ਨਜ਼ਰ ਆਉਂਦੀ ਕਾਰਵਾਈ ਕਿ ਨਿਹੰਗ ਸਿੰਘ ਵੱਲੋਂ ਪੁਲਿਸ ਤੇ ਵਾਰ। ਹਾਂਜੀ, ਉਹ ਪਰਿਸਥਿਤੀਆਂ ਕੀ ਨੇ। ਪੁਲਿਸ ਨਾਕਾ ਲਾ ਰਹੀ ਹੈ, ਉਹਨਾਂ ਦੀ ਗੱਡੀ ਆਉਂਦੀ ਆ ਤੇ ਬਾਈ ਦੇ ਟਾਈਮ ਉਹ ਬ੍ਰੇਕਾਂ ਲਾਉਂਦੇ ਨੇ ਤੇ ਇੱਕ ਤੋਂ ਬਾਅਦ ਦੂਜਾ ਨਾਕਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਫਿਰ ਉਹ ਗੱਡੀ ਲੈ ਕੇ ਨੱਠੇ ਨਹੀਂ, ਅੱਗੇ ਸੜਕ ਖੁੱਲੀ ਉਹਨਾਂ ਦੀ, ਜੇ ਤੁਸੀਂ ਵੀਡੀਓ ਧਿਆਨ ਨਾਲ ਵੇਖੋ। ਇਹ ਉਹ ਤੋਂ ਡਾਂਗਾ ਮਾਰਦੇ ਨੇ, ਗਾਲਾਂ ਕੱਢਦੇ ਨੇ ਗੱਡੀ ਦੇ ਉੱਤੇ। ਤੇ ਤੁਸੀਂ ਕੀ ਸੋਚਦੇ ਕਿਹੜਾ ਅੰਦਰ ਬੈਠਾ ਗਿਆ ਐਵੇਂ ਬੈਠਾ। ਇੱਕ ਸਿੱਖ ਦੀ ਇੱਕ ਪੱਗ ਲਾ ਦਿੱਤੀ ਗਈ, ਕੁਝ ਦਿਨ ਪਹਿਲਾਂ ਯੂਪੀ 'ਚ ਘਟਨਾ ਹੋਈ ਆ ਜੀ। ਇੱਕ ਸਿੱਖ ਦੀ ਪੱਗ ਲਾਈ ਗਈ ਪੁਲਿਸ ਵਾਲਿਆਂ ਵੱਲੋਂ। ਗੁਰਦਾਸ ਮਾਨ ਨੇ ਇਹ ਕਹਿੰਦੇ ਨਹੀਂ ਕਿਹਾ ਕਿ ਮੈਂ ਉਹ ਹਾਂ, ਉਹਦੇ ਬਾਰੇ ਕਿਉਂ ਨਹੀਂ ਕੋਈ ਬੋਲਿਆ। ਜੇ ਉਹਦੇ ਕੋਲ ਕਿਰਪਾਨ ਹੁੰਦੀ ਸ਼ਾਇਦ ਉਹ ਵੀ ਕੋਈ ਆਪਣਾ ਦੋ ਹੱਥ ਵਿਖਾ ਦਿੰਦਾ, ਕਰਦਾ ਕੁਛ ਨਾ ਕੁਛ। ਸੋ ਤੁਸੀਂ ਜਿਹੜਾ ਸਟੇਟ ਦਾ ਕਰੈਕਟਰ ਹੈ ਉਹਦੇ ਤੇ ਉਂਗਲ ਕਦੋਂ ਰੱਖੋਗੇ। ਹੁਣ ਤਾਂ ਪਾਣੀ ਸਿਰੋਂ ਲੰਘ ਚੁੱਕਾ ਇਸ ਵੇਲੇ ਜੀ। ਇੱਕ ਤੋਂ ਬਾਅਦ ਅਨੇਕਾਂ ਮਿਸਾਲਾਂ ਆ ਗਈਆਂ ਕਿ ਲੋਕੀ ਫੜ ਜੇਲ੍ਹਾਂ 'ਚ ਤਾੜੇ ਜਾ ਰਹੇ ਆ, ਅੰਦਰ ਕੁਕੜੀਆਂ ਵਾਂਗੂ ਤਾੜੇ ਪਏ, ਉਹਨਾਂ ਨੂੰ ਬਾਹਰ ਕੱਢਣ ਦੀ ਕੋਈ ਗੱਲ ਨਹੀਂ ਹੋ ਰਹੀ। ਉੱਪਰੋਂ ਤੁਸੀਂ ਸਿਰਫ ਲੋਕਾਂ ਨੂੰ ਨਸੀਹਤ ਦਿੰਦੇ ਹੋ ਕਿ ਦਾਨ ਕਰੋ, ਹੱਥ ਨਾ ਵੱਢੋ, ਜਿਵੇਂ ਕੋਈ ਸਿਲਸਿਲੇਵਾਰ ਹਾਥੀ ਵੱਢੀ ਜਾ ਰਿਹਾ ਉੱਥੇ। ਸੋ ਇਹ ਜਿਹੜੀ ਪਰੇਸ਼ਾਨੀ ਦੀ ਗੱਲ ਆ, ਜਿਹੜੀ ਹੱਥ ਨਾ ਵੱਢੋ, ਹੱਥਾਂ ਤੇ ਕੁਝ ਦਾਨ ਕਰੋ। ਤੁਸੀਂ ਦਾਨ ਵਾਲੇ ਪਾਸਿਓਂ ਜਿਵੇਂ ਗੱਲ ਸ਼ੁਰੂ ਕੀਤੀ, ਹੁਣ ਸਾਡੇ ਕੋਲ ਖਾਲਸਾ ਏਡ ਦੀ ਗੱਲ ਤੁਸੀਂ ਜਾਂ ਯੂਨਾਈਟਿਡ ਸਿੱਖਸ ਦੀ ਜਾਂ BC ਸਿੱਖ ਜਾਂ ਫਿਰ UK ਦੇ ਵਿੱਚ ਜਾਂ ਅੱਛੇ ਵੀ ਨੇ ਆਪਣੇ ਸਿੱਖ ਅਵੇਅਰਨੈਸ ਫਾਊਂਡੇਸ਼ਨ ਵਾਲੇ ਨੇ। ਮੈਨੂੰ ਲੱਗਦਾ ਕਿ ਈਵਨ ਪੰਜਾਬ ਦੇ ਵਿੱਚ, ਪੰਜਾਬ ਤੋਂ ਬਾਅਦ ਭਾਰਤ ਦੇ ਬਾਕੀ ਹਿੱਸਿਆਂ ਦੇ ਵਿੱਚ, ਅੱਜ ਦਿੱਲੀ ਦੇ ਵਿੱਚ ਤੁਸੀਂ ਦੇਖੋ ਉੱਥੇ 2 ਲੱਖ ਦੇ ਕਰੀਬ ਲੋਕਾਂ ਨੂੰ ਲੰਗਰ ਛਕਾਇਆ ਜਾ ਰਿਹਾ ਹੈ। ਅੱਜ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਆ, ਜਾਂ ਇੱਥੋਂ ਤੱਕ ਕਿ ਮਹਾਰਾਸ਼ਟਰ 'ਚ ਵੀ ਜੀ ਇੱਕ ਪੁਲਿਸ ਵਾਲੇ ਦਾ ਵੀਡੀਓ ਸੀਗਾ, ਸ਼ਾਇਦ ਤੁਸੀਂ ਵੇਖਿਆ ਹੋਊਗਾ, ਮੇਰੇ ਖਿਆਲ ਨੰਦੇੜ ਸਾਹਿਬ ਦਾ। ਹਾਂਜੀ ਹਾਂਜੀ, ਉਹ ਕਹਿ ਰਿਹਾ ਪੁਲਿਸ ਵਾਲਾ ਕਿ ਮੈਂ ਬਹੁਤ ਖੁਸ਼ ਹਾਂ ਕਿ ਗੁਰੂ ਨਾਨਕ ਸਾਹਿਬ ਦੇ ਜਿਹੜੇ ਅਨੁਯਾਈ ਅਸੀਂ ਲੋਕਾਂ ਨੂੰ ਲੰਗਰ ਵਰਤਾ ਰਹੇ ਸੰਗਤ ਦੀ ਕੜੀ 'ਚ। ਉੱਥੇ ਵੀ ਪ੍ਰਸ਼ੰਸਾ ਹੋਈ ਹੈ ਜੀ ਜੀ। ਮੈਂ ਇੱਕ ਪ੍ਰਸਿੱਧ ਪੱਤਰਕਾਰ ਆ ਜਿਹੜੀ, ਉਸ ਦਾ ਇੱਕ ਆਰਟੀਕਲ ਰਾਤੀ ਪੜ੍ਹ ਰਿਹਾ ਸੀ, ਅੰਗਰੇਜ਼ੀ ਦੇ ਵਿੱਚ ਆਰਟੀਕਲ ਲਿਖਿਆ ਸੀ, ਤੇ ਆਰਟੀਕਲ ਦੇ ਵਿੱਚ ਉਹਨੇ ਕਿਹਾ ਵੀ ਇਹ ਸਿੱਖ ਜਿਹੜੇ ਆ ਇੰਨੀ ਸੇਵਾ ਇਸ ਵੇਲੇ ਇਸ ਹਾਲਾਤ ਦੇ ਵਿੱਚ ਕਰ ਰਹੇ ਆ ਜਦੋਂ ਕਿ ਮੌਤ ਦੇ ਮੂੰਹ 'ਚ ਅੱਗ ਦੇ ਵਿੱਚ ਛਾਲ ਮਾਰਨ ਦੇ ਬਰਾਬਰ ਹੈ। ਤੇ ਉਹਨੇ ਇੱਕ ਲਫ਼ਜ਼ ਜਿਹੜਾ ਲਿਖਿਆ, ਉਹ ਇੰਗਲਿਸ਼ ਦੇ ਮਸ਼ਹੂਰ ਅਖਬਾਰ ਦੇ ਵਿੱਚ ਪ੍ਰਕਾਸ਼ਿਤ ਹੋਇਆ ਕਿ ਮੈਂ ਚਾਹੁੰਦੀ ਹਾਂ ਅਗਲੇ ਜਨਮ ਦੇ ਵਿੱਚ ਮੈਂ ਸਿੱਖ ਹੋਵਾਂ। ਤੇ ਉਹ ਆਰਟੀਕਲ ਜਿਹੜਾ ਬਕਾਇਦਾ ਤੌਰ ਤੇ, ਮੈਨੂੰ ਨਹੀਂ ਲੱਗਦਾ ਕਿ ਕਦੇ ਗੁਰਦਾਸ ਮਾਨ ਜਾਂ ਇਹ ਸਿੱਧੂ ਮੂਸੇਵਾਲੇ ਜਾਂ ਹੋਰ ਇਹੋ ਜਿਹੇ ਅਨੇਕਾਂ, ਉਹਨਾਂ ਨੇ ਕਦੇ ਉਸ ਗੱਲ ਦੀ ਪ੍ਰਸ਼ੰਸਾ ਵੀ ਕੀਤੀ ਹੋਵੇ। ਦਾਨ ਕਰਨ ਦੀ ਨਸੀਹਤ ਦੇ ਰਹੇ ਆ, ਤੇ ਮੈਂ ਨਹੀਂ ਕਦੇ ਦੇਖਿਆ ਕਿ ਇਹਨਾਂ ਨੇ ਕਿਹਾ ਹੋਇਆ ਆਈ ਐਮ ਰਵੀ ਸਿੰਘ, ਮੈਂ ਵੀ ਰਵੀ ਸਿੰਘ ਹਾਂ, ਮੈਂ ਵੀ, ਜਾਂ ਹੋਰ ਕੋਈ ਜਿਹੜੇ ਦੁਨੀਆ ਭਰ 'ਚ। ਪਰ ਜਦੋਂ ਇਸ ਨੁਕਤੇ ਤੇ ਇੱਕ ਤਰ੍ਹਾਂ ਪੂਰੀ ਮੁਹਿੰਮ ਚਲਾ ਕੇ ਇਸ ਨੂੰ ਪੇਸ਼ ਕਰ ਰਹੇ ਆ, ਤੁਸੀਂ ਇੱਕ ਜਰਨਲਿਸਟ ਹੋਣ ਦੇ ਨਾਤੇ ਕੀ ਸੋਚਦੇ ਹੋ ਕਿ ਇਸ ਦਾ ਪ੍ਰਭਾਵ ਸੁਸਾਇਟੀ ਤੇ ਕੀ ਪੈ ਸਕਦਾ। ਇਸ ਤਰ੍ਹਾਂ ਦੀ ਲਗਾਤਾਰ ਅੱਜ ਸੈਂਕੜੇ ਹਜ਼ਾਰਾਂ ਲੋਕਾਂ ਨੇ, ਜਿਨ੍ਹਾਂ 'ਚੋਂ ਚੇਤਨ ਪੱਧਰ ਤੇ ਕੁਝ ਜਿਹੜੇ ਮਿੱਥ ਕੇ ਤੇ ਕੁਝ ਇੱਕ ਜਿਹੜੇ ਭੀੜ ਦਾ ਹਿੱਸਾ ਬਣ ਕੇ ਉਹਨੂੰ ਸ਼ੇਅਰ ਕਰ ਰਹੇ ਆ। ਜਦੋਂ ਕਿ ਹਰ ਕੋਈ ਸੋਚਦਾ ਜੇ ਕਿਸੇ ਪੁਲਿਸ ਵਾਲੇ ਦੇ ਵੱਲੋਂ ਚੰਗਾ ਕੀਤਾ ਜਾਂਦਾ ਉਹਨੂੰ ਸਲੂਟ ਹੈ,
ਜੇ ਕਿ ਪੁਲਿਸ ਵਾਲਾ ਜਾ ਕੇ ਅਗਾਂਹ ਹੋ ਕੇ ਆਪਣੇ ਆਪ ਨੂੰ ਜਾਨ ਦੀ ਬਾਜ਼ੀ ਲਾ ਕੇ ਬਚਾਉਂਦਾ, ਬੜੀ ਚੰਗੀ ਗੱਲ ਆ। ਜਾਂ ਉਹ ਜਿਹੇ ਪੁਲਿਸ ਵਾਲੇ ਚੰਗੇ ਗੀਤ ਪੇਸ਼ ਕਰਕੇ ਲੋਕਾਂ ਨੂੰ ਕਹਿੰਦੇ ਆ ਵੀ ਬਚੋ, ਉਹਨਾਂ ਨੂੰ ਕੌਣ ਮਾੜਾ ਕਹੇਗਾ? ਜਿਨ੍ਹਾਂ ਨੂੰ ਮਾੜਾ ਕਹਿਣਾ ਉਦੋਂ ਤਾਂ ਮੂੰਹ 'ਚ ਘੁੰਗਣੀਆਂ ਪਾ ਲੈਂਦੇ ਆ, ਉਹਨਾਂ ਨੂੰ ਵੀ ਨਹੀਂ ਮਾੜਾ ਕਹਿੰਦੇ। ਤੇ ਕੀ ਇਸ ਘਟਨਾ ਦਾ ਸੁਸਾਇਟੀ ਤੇ ਓਵਰਆਲ ਉਸ ਨੂੰ ਡਿਵਾਈਡ ਕਰਨ ਤੇ ਜਾਂ ਨਵਾਂ ਇੱਕ ਵਿਤਕਰੇ ਦਾ ਸਾੜੇ ਦਾ ਮਾਹੌਲ ਕ੍ਰੀਏਟ ਕਰਨ ਤੇ ਅਸਰ ਪੈ ਸਕਦਾ? ਦੇਖੋ, ਮੈਨੂੰ ਇਸ ਗੱਲ ਦਾ ਪੂਰਾ ਖਦਸ਼ਾ ਹੈ ਕਿ ਅਸਰ ਪੈ ਸਕਦਾ, ਕਿਉਂਕਿ ਕਾਰਨ ਇਹ ਕਿ ਜਿਹੜਾ ਜਿਸ ਕਿਸਮ ਦੀ ਅਸੀਂ ਪੋਲਿਟਿਕਸ ਪਿੱਛੇ ਡਿਸਕਸ ਵੀ ਕੀਤੀ ਅਸੀਂ ਮੰਚ ਤੋਂ, ਕਿ ਜਦੋਂ ਤੁਸੀਂ ਵੇਖੋ ਇੱਕ ਸੱਜੇ ਪੱਖੀ ਮੀਡੀਆ ਆਊਟਲੈਟ ਨੇ ਖਬਰਾਂ ਇਸ ਕਿਸਮ ਦੀਆਂ ਦਿੱਤੀਆਂ ਹਾਂਜੀ ਕਿ ਵੱਡੇ ਵੱਡੇ ਸਾਰੇ ਮੰਦਿਰ ਬੰਦ ਨੇ। ਬੜੀ ਖੁਸ਼ੀ ਦੀ ਗੱਲ ਆ, ਬਹੁਤ ਖੁਸ਼ੀ ਦੀ ਗੱਲ ਆ। ਮੰਦਿਰ ਸਾਰੇ ਬੰਦ ਨੇ ਤੇ ਗੁਰਦੁਆਰੇ ਖੁੱਲੇ ਆ ਤੇ ਮਸੀਤਾਂ ਖੁੱਲੀਆਂ ਨੇ। ਯਾਨੀ ਸਿੱਧਾ ਹੀ ਪ੍ਰਭਾਵ ਇਹ ਦੇ ਰਹੇ ਕਿ ਮੁਸਲਮਾਨ ਤੇ ਜਿਹੜੇ ਸਿੱਖ ਨੇ ਕੋਆਪਰੇਟ ਨਹੀਂ ਕਰ ਰਹੇ। ਪਟਿਆਲੇ ਵਾਲੀ ਘਟਨਾ ਤੋਂ ਬਾਅਦ ਇੱਕ ਕਾਰਟੂਨ ਘੁਮਾਇਆ ਗਿਆ ਸਾਰੇ ਪਾਸੇ ਕਿ ਸਿੱਖ ਤੇ ਮੁਸਲਮਾਨ ਪਥਰਾਓ ਕਰ ਰਹੇ ਨੇ ਪੁਲਿਸ ਵਾਲਿਆਂ ਤੇ, ਹੈਲਥ ਕੇਅਰ ਵਰਕਰਸ ਤੇ ਕਿਰਪਾਨਾਂ ਵੀ ਕੱਢੀਆਂ ਹੋਈਆਂ ਤੇ ਉਹ ਕਹਿ ਰਹੇ ਨੇ ਕਿ ਸਾਡੇ ਕੋਲ ਮੂਰਖਤਾ ਦਾ ਇਲਾਜ ਨਹੀਂਗਾ, ਕਰੋਨਾ ਵਾਇਰਸ ਦਾ ਇਲਾਜ ਹੈ। ਯਾਨੀ ਦੋ ਭਾਈਚਾਰਿਆਂ ਨੂੰ ਮਿੱਥ ਕੇ ਟਾਰਗੇਟ ਉਸ ਕਾਰਟੂਨ 'ਚ ਕੀਤਾ ਗਿਆ। ਬਿਲਕੁਲ। ਇਸ ਦੇ ਉਲਟ ਰਾਮ ਨੌਮੀ ਦੇ ਇਕੱਠ ਹੋਏ, ਹਿੰਦੂ ਭਾਈਚਾਰੇ ਦੇ ਕੁਝ ਲੋਕਾਂ ਨੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਆਪਣੇ ਜਿਹੜੇ ਜਿਹਨੂੰ ਕਹਿੰਦੇ ਕਿ ਇਸ ਕਿਸਮ ਦੇ ਯਾਤਰਾਵਾਂ ਕੱਢੀਆਂ। ਬੀਜੇਪੀ ਦੇ ਸਪੋਰਟਰਾਂ ਨੇ ਵੱਡੇ ਵੱਡੇ ਇਕੱਠ ਕੀਤੇ ਨੇ, ਉਹਨਾਂ ਨੂੰ ਤਾਂ ਕਿਸੇ ਨੇ ਸਵਾਲ ਨਹੀਂ ਕੀਤਾ। ਆ ਪਿੱਛੇ ਜੇ ਤਬਲੀਗੀ ਜਿਹੜਾ ਭਾਈਚਾਰੇ ਨੇ ਕੋਈ ਇਕੱਠ ਕੀਤਾ ਸੀਗਾ, ਉਹਨਾਂ ਦੇ ਖਿਲਾਫ ਪਰਚੇ ਵੀ ਹੋਏ, ਬੜਾ ਕੁਝ ਹੋਇਆ ਜੀ। ਔਰ ਦੇਖੋ, ਮੁਖਤਾਰ ਅਬਾਸ ਨਕਵੀ ਜਿਹੜਾ ਭਾਰਤੀ ਜਨਤਾ ਪਾਰਟੀ ਸਰਕਾਰ ਦਾ ਘੱਟ ਗਿਣਤੀ ਬਾਰੇ ਮੰਤਰੀ ਹੈ, ਕਾਫੀ ਦਿਨਾਂ ਬਾਅਦ ਚੁੱਪੀ ਤੋੜਦਿਆਂ ਹੋਇਆ, ਉਹ ਵੀ ਕੱਚੀ ਜੀ ਚੁੱਪੀ ਤੋੜੀ ਉਹਨੇ। ਉਹ ਕਹਿ ਰਿਹਾ ਕਿ ਇੱਕ ਤਬਲੀਗੀ ਜਮਾਤ ਦੇ ਜੁਰਮ ਦੀ ਸਜ਼ਾ ਸਾਰੇ ਮੁਸਲਿਮ ਭਾਈਚਾਰੇ ਨੂੰ ਨਹੀਂ ਦਿੱਤੀ ਜਾ ਸਕਦੀ। ਮੈਨੂੰ ਉਸ ਗੱਲ ਤੇ ਇਤਰਾਜ਼ ਹੈ ਇੱਕ ਪੱਖ ਤੋਂ। ਪਹਿਲੀ ਗੱਲ, ਤੁਸੀਂ ਇਹ ਬਿਆਨ ਦੇਰੀ ਨਾਲ ਕਿਹੜੀ ਗੱਲੋਂ ਦਿੱਤਾ? ਤੁਹਾਨੂੰ ਉਸੇ ਦਿਨ ਦੇਣਾ ਚਾਹੀਦਾ ਸੀ ਜਦੋਂ ਇਸ ਭਾਈਚਾਰੇ ਤੇ ਹਮਲਾ ਹੋ ਰਿਹਾ ਸੀ। ਫਿਰ ਤੁਸੀਂ ਕਹਿ ਰਹੇ ਹੋ ਅਪਰਾਧ, ਉਹ ਇਕੱਤਰਤਾ ਹੋਈ ਹੈ, ਮਾੜੀ ਗੱਲ ਹੋਈ ਹੈ, ਉਹਨੂੰ ਤਾਂ ਤੁਸੀਂ ਅਪਰਾਧ ਕਹਿਤਾ। ਜਿਹੜੇ ਰਾਮਨੌਮੀ ਦਾ ਇਕੱਠ ਸੀ ਉਹ ਅਪਰਾਧ ਨਹੀਂਗਾ, ਜਿਹੜੇ ਹਿੰਦੂ ਭਾਈਚਾਰੇ ਦੇ ਬਾਕੀ ਇਕੱਠ ਹੋਏ ਅਪਰਾਧ ਨਹੀਂ ਸੀਗਾ। ਸੋ ਇਹ ਕਿਹੋ ਜਿਹੀ ਮਤਲਬ ਤੁਸੀਂ ਸੁਸਾਇਟੀ ਕ੍ਰੀਏਟ ਕੀਤੀ ਹੋਈ ਹੈ, ਤੁਸੀਂ ਆਪ ਉਹ ਪਾੜ ਪਾਇਆ ਹੋਇਆ ਜੀ। ਇਹੋ ਜਿਹੀ ਬਿਆਨਬਾਜ਼ੀ ਦੇ ਨਾਲ ਜਿਹੜਾ ਉਹ ਇੱਕ ਮਾਹੌਲ ਬਣਿਆ ਹੋਇਆ, ਉਹ ਜਿਹੜੀ ਇੱਕ ਸਿਰਜਣਾ ਹੋਈ ਇੱਕ ਖਾਸ ਕਿਸਮ ਦੇ ਬਿੰਬ ਦੀ, ਉਸ ਤੋਂ ਪੱਠੇ ਪੈਣਗੇ ਹੋਰ ਜੀ। ਉਹਦੇ ਨਾਲ ਹੋਰ ਨਫ਼ਰਤ ਵਧੇਗੀ ਜੀ ਕਿ ਇਹ ਲੋਕ ਨੇ ਜਿਹੜੇ ਨਫ਼ਰਤ ਕਰਦੇ, ਇਹ ਲੋਕ ਨੇ ਜਿਹੜੇ ਆਹ ਕਰ ਰਹੇ। ਔਰ ਅਫਸੋਸ ਦੀ ਗੱਲ ਇਹ ਆ ਕਿ ਜਿਹੜੇ ਆਪਣੇ ਨੂੰ ਖੱਬੇ ਪੱਖੀ ਵੀ ਕਹਿੰਦੇ ਆ, ਅੱਗੇ ਵਧੂ ਵੀ ਕਹਿੰਦੇ ਆ, ਇੱਕ ਨਾਂ ਪੂਨਮ ਦਾ ਪ੍ਰੀਤੜੀ ਪਰਚਾ ਕੱਢਦੇ ਨੇ। ਜਦੋਂ ਤੁਸੀਂ ਜ਼ਿਕਰ ਕੀਤਾ ਸੀ ਗੁਰਦਾਸ ਮਾਨ ਦੇ ਉਸ ਸ਼ਬਦਾਵਲੀ ਦਾ, ਉਹਨੂੰ ਜਸਟੀਫਾਈ ਕੀਤਾ ਗਿਆ। ਪੂਣੀ ਸ਼ਬਦਾਵਲੀ ਜਿਹੜਾ ਪੂਣੀ, ਹਾਂ, ਉਹਨੂੰ ਜਸਟੀਫਾਈ ਕੀਤਾ ਗਿਆ। 32 ਵੈਸੇ ਕਿਹਾ ਸੀ ਉਹਨੇ ਦੇਸੀ ਭਾਸ਼ਾ 'ਚ, 32, ਪਰ ਉਸ ਸ਼ਬਦ ਨੂੰ ਜਸਟੀਫਾਈ ਕੀਤਾ ਗਿਆ। ਜੇ ਇਹੋ ਜਿਹੀ ਸੁਸਾਇਟੀ ਹੋਵੇ, ਇਹੋ ਜਿਹਾ ਮੀਡੀਆ ਹੋਵੇ। ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਲੜਕੀ, ਦੇਖੋ ਜਿਹੜਾ ਪ੍ਰੀਤਲੜੀ ਪਰਚਾ ਆ, ਸੁਮੀਤ ਪਹਿਲਾਂ ਉਹਦਾ ਸੀਗਾ, ਜਿਹੜਾ ਉਹਨਾਂ ਦਾ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਪਰਿਵਾਰ ਚੋਂ, ਤੇ ਉਹਨਾਂ ਦੀ ਇਹ ਪਤਨੀ ਸੀ ਪਹਿਲਾਂ। ਅੱਛਾ, ਤੇ ਉਹ ਅੱਜ ਕੱਲ ਪ੍ਰੀਤਲੜੀ ਉਹਨਾਂ ਕੋਲ ਆ। ਸੋ ਜਿਹੜਾ ਇਹ ਲਫ਼ਜ਼ ਬੋਲਿਆ ਗਿਆ, ਜੋ ਕਿ 32 ਲਫ਼ਜ਼ ਉਹਨੇ ਬੋਲਿਆ, ਬੱਤੀ ਬਣਾ ਲਓ, ਭੱਦਾ ਸ਼ਬਦ ਹੈ, ਇਹਨਾਂ ਨੇ ਕੀ ਕਿਹਾ ਕਿ ਇਹ ਸ਼ਬਦ ਜਾਇਜ਼ ਹੈ? ਇਹਨਾਂ ਨੇ ਕਿਹਾ ਇੱਕ ਇਲਾਜ ਹੁੰਦਾ ਇੱਕ ਤਰੀਕੇ ਦਾ। ਅੱਛਾ, ਬੱਤੀ ਬਣਾਉਣਾ। ਹਾਂ, ਇਹ ਲੋਕਾਂ ਨੇ ਕਈਆਂ ਨੇ ਇਸਦਾ ਇਤਰਾਜ਼ ਵੀ ਕੀਤਾ ਸੀਗਾ ਕਿ ਤੁਸੀਂ ਪੰਜਾਬੀ ਦਾ ਰਸਾਲਾ ਕੱਢਦੇ ਹੋ, ਪੰਜਾਬੀ ਜ਼ੁਬਾਨ ਦੀ ਸੇਵਾ ਦੇ ਨਾਂ ਦੇ ਉੱਤੇ। ਇਹ ਸੇਵਾ ਗੁਰਦਾਸ ਮਾਨ ਨੂੰ ਫਿੱਟ ਲਾਉਣ ਤੇ ਪਾਉਣ ਦੀ ਥਾਂ ਤੇ ਤੁਸੀਂ ਉਹਨੂੰ ਜਸਟੀਫਾਈ ਕਰ ਰਹੇ ਹੋ। ਔਰ ਅੱਜ ਜਿਹੜੀਆਂ ਗੱਲਾਂ ਹੋ ਰਹੀਆਂ, ਆਈ ਮੀਨ ਸੋਸਾਇਟੀ ਦੇ ਉੱਤੇ ਇਹ ਸਵਾਲ ਆ ਸਾਰਿਆਂ ਦੇ ਉੱਤੇ, ਜੀ ਜੀ, ਮੀਡੀਆ ਤੇ ਵੀ ਤੇ ਸੋਸਾਇਟੀ ਤੇ ਵੀ, ਕਿਉਂਕਿ ਇਸ ਕਿਸਮ ਦੀ ਜਿਹੜੀ ਗੱਲਬਾਤ ਦੇ ਨਾਲ ਰੀਇਨਫੋਰਸ ਇਹੀ ਹੋਊਗਾ ਕਿ ਟਰਬਲ ਮੇਕਰ ਆ ਨੇ। ਹਾਂਜੀ, ਚਰਨਜੀਤ ਸੁਜੋ ਆ, ਉਹ ਟਰਬਲ ਮੇਕਰ ਆ, ਕਿਉਂਕਿ ਉਹ ਉੱਥੇ ਬੋਰਡ ਲੈ ਕੇ ਖੜਾ ਸੀਗਾ ਆਪਣਾ ਬਹੁਤ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਗਟਾਉਣ ਲਈ ਜੀ। ਸੋ ਮੇਰਾ ਮਤਲਬ ਕਹਿਣ ਦਾ ਕਿ ਇਹ ਜਿਹੜਾ ਇੱਕ ਸਿਲਸਿਲਾ ਚੱਲ ਰਿਹਾ ਕਿ ਕਿਸੇ ਤਰੀਕੇ ਨਾਲ ਇੱਕ ਖਾਸ ਭਾਈਚਾਰੇ ਨੂੰ ਜਾਂ ਘੱਟ ਗਿਣਤੀ ਹੋਰਨਾਂ ਭਾਈਚਾਰਿਆਂ ਨੂੰ ਇੱਕ ਖਾਸ ਲੈਂਸ ਨਾਲ ਵੇਖਣਾ ਜਾਂ ਉਸ ਤਰ੍ਹਾਂ ਪੇਸ਼ ਕਰਨਾ, ਇਹ ਉਸ ਕਵਾਇਦ ਦਾ ਹਿੱਸਾ। ਔਰ ਤੁਸੀਂ ਵੇਖੋ ਕਿ ਇੱਥੇ ਆਪਣੇ ਵੈਂਕੂਵਰ 'ਚ ਵੀ ਘਟਨਾ ਹੋਈ ਹੈ, ਜਾਂ ਕੈਨੇਡਾ ਦੀ ਫੇਸਬੁੱਕ ਦੇ ਉੱਤੇ ਅਸੀਂ ਵੇਖਿਆ ਕੁਝ ਸੱਜੇ ਪੱਖੀ ਜਿਹੜੇ ਕਾਰਕੁਨ ਨੇ, ਉਹਨਾਂ ਨੇ ਇਸ ਕਿਸਮ ਦੀਆਂ ਗੱਲਾਂ ਵੀ ਕੀਤੀਆਂ ਕਿ ਜਿਹੜਾ ਸਿੱਖ ਕਤਲੇਆਮ ਉਹ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ, ਇਹ ਕਹਿ ਕੇ ਕਿ ਵੀ ਲੰਗਰ ਦਾ ਕ੍ਰੈਡਿਟ ਇਹ ਲੈ ਰਹੇ ਨੇ ਜਦੋਂ ਕਿ ਪੁਰਾਣੀ ਪਰੰਪਰਾ ਰਹੀ ਹੈ। ਬੜਾ ਕੁਝ ਕਿਹਾ ਗਿਆ। ਹਾਂਜੀ, ਸੋ ਬਾਰ-ਬਾਰ ਇਹ ਗੱਲਾਂ ਜਿਹੜੀਆਂ ਹੋ ਰਹੀਆਂ ਉਹ ਇੱਕ ਕਵਾਇਦ ਦਾ ਹਿੱਸਾ, ਕਿਉਂਕਿ ਜਿਹੜਾ ਭਾਈਚਾਰਾ ਬਾਹਰ ਵੀ ਕੰਮ ਕਰ ਰਿਹਾ ਕੈਨੇਡਾ ਵਿੱਚ ਬਹਿ ਕੇ। ਬਿਲਕੁਲ, ਹੁਣ ਠੀਕ ਹੈ, ਕੈਨੇਡਾ ਵਿੱਚ ਖਾਲਿਸਤਾਨ ਦੀ ਮੂਵਮੈਂਟ ਚੱਲਦੀ ਹੈ, ਅਸੀਂ ਡਿਨਾਈ ਨਹੀਂ ਕਰਦੇ ਉਸ ਗੱਲ ਨੂੰ, ਪ੍ਰਚਾਰ ਦੇ ਲੈਵਲ ਤੇ ਚੱਲਦੀ ਮੂਵਮੈਂਟ, ਪਰ ਤੁਸੀਂ ਹਰ ਚੀਜ਼ ਵੇਲੇ ਹਰ ਵੇਲੇ ਇਹੀ ਕਹੋਗੇ ਜੋ ਬਾਹਰ ਕੰਮ ਹੋ ਰਿਹਾ ਉਸ ਨੂੰ ਸਾਰਿਆਂ ਨੂੰ ਮੂਵਮੈਂਟ ਦੇ ਖਾਤੇ 'ਚ ਪਾ ਦਿਓ। ਜੇ ਕੋਈ ਚੰਗਾ ਕੰਮ ਕਰ ਰਿਹਾ ਉਹਨੂੰ ਵੀ ਮੂਵਮੈਂਟ ਨਾ ਬੰਨ ਦਿਓ। ਹੁਣ ਕਰੋਨਾ ਵਾਇਰਸ ਦੇ ਪਿੱਛੇ ਸਰੀ ਗੁਰਦੁਆਰੇ ਵਾਲਿਆਂ ਨੇ ਉਪਰਾਲਾ ਉਹਨਾਂ ਨੇ ਨਹੀਂ ਕੀਤਾ, ਉਪਰਾਲਾ ਕੁਝ ਹੋਰ ਲੋਕਾਂ ਨੇ ਕੀਤਾ ਸੀ।
ਉਹ ਲੋਕ ਇਹਨਾਂ ਕੋਲ ਗਏ ਸ੍ਰੀ ਗੁਰਦੁਆਰੇ ਕੋਲ ਜੀ ਕਿ ਤੁਸੀਂ ਅਸੀਂ ਚਾਹੁੰਦੇ ਕਿ ਪ੍ਰਾਈਵੇਟ ਫਲਾਈਟ ਜਾਂ ਚਾਰਟਰਡ ਫਲਾਈਟ ਰਾਹੀਂ ਜਿਹੜੇ ਸਵਾਰੀਆਂ ਨੇ ਜਾਂ ਜਿਹੜੇ ਲੋਕ ਫਸੇ ਹੋਏ ਪੰਜਾਬ 'ਚ ਉਹਨਾਂ ਨੂੰ ਕੱਢ ਕੇ ਇੱਥੇ ਲਿਆਈਏ। ਜੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਹਲੀਮੀ ਨਾਲ ਕਿਹਾ, ਹਰਦੀਪ ਨਿੱਜਰ ਜਿਹੜੇ ਪ੍ਰਧਾਨ ਨੇ ਉਹਦੇ, ਉਹਨਾਂ ਨੇ ਖੁਦ ਵੀ ਕਿਹਾ ਕਿ ਮੈਂ ਤਾਂ ਪਹਿਲਾਂ ਹੀ ਭਾਰਤ ਸਰਕਾਰ ਦੇ ਨਿਸ਼ਾਨੇ ਤੇ ਸਾਨੂੰ ਤੁਸੀਂ ਰਹਿਣ ਦਿਓ। ਜੀ ਉਹ ਹਟੇ ਨਹੀਂ। ਚਲੋ ਫਿਰ ਉਹਨਾਂ ਨੇ ਕਿਹਾ ਠੀਕ ਹੈ ਅਸੀਂ ਲੱਗਾਂਗੇ ਅੱਗੇ, ਪਰ ਅਸੀਂ ਪਹਿਲਾਂ ਸਲਾਹ ਕਰਾਂਗੇ ਆਪਣੇ ਵਕੀਲ ਨਾਲ ਵੀ, ਅਕਾਊਂਟੈਂਟ ਨਾਲ ਵੀ। ਸਲਾਹ ਕਰਕੇ TD ਬੈਂਕ 'ਚ ਅਕਾਊਂਟ ਖੋਲ੍ਹਿਆ ਗਿਆ, ਪੈਸੇ ਇਕੱਠੇ ਕੀਤੇ ਗਏ, ਜੀ 4.5 ਲੱਖ ਰੁਪਈਆ ਰੇਸ ਕੀਤਾ ਗਿਆ, 50,000 ਗੁਰੂ ਘਰ ਨੇ ਵੀ ਪਾਇਆ ਆਪਣੇ ਵੱਲੋਂ। ਵਾਹ ਜੀ ਸਾਰੀ ਤਿਆਰੀ ਹੋ ਗਈ। ਲਾਸਟ ਮੂਮੈਂਟ ਜਹਾਜ਼ ਦੀ ਫਲਾਈਟ ਨਹੀਂ ਉੱਥੋਂ ਉੱਡੀ। ਕਾਰਨ ਕਿ ਹਰਦੀਪ ਸਿੰਘ ਨਿੱਜਰ ਜਿਹੜੇ ਨੇ ਜਾਂ ਉਹਨਾਂ ਦੇ ਨਾਲ ਦੇ ਉਹ ਖਾਲਿਸਤਾਨ ਦੇ ਰੈਫਰੈਂਡਮ ਦੀ ਗੱਲ ਕਰਦੇ ਨੇ, 6 ਫॉर ਜਸਟਿਸ ਨਾਲ ਜੁੜੇ ਹੋਏ ਨੇ ਜਿੱਤੇ ਪਾਬੰਦੀ ਲੱਗੀ ਹੈ। ਕੁਝ ਦਿਨ ਪਹਿਲਾਂ ਹੀ 6 ਫॉर ਜਸਟਿਸ ਦੇ ਗੁਰਪ੍ਰੀਤ ਸਿੰਘ ਪੰਨੂ ਨੇ ਕਿਹਾ ਕਿ ਅਸੀਂ 2-2000 ਰੁਪਈਆ ਲੋੜਵੰਦਾਂ ਨੂੰ ਦੇਵਾਂਗੇ। ਉਹਦੇ ਤੇ ਸੈਡੀਸ਼ਨ ਦਾ ਮਾਮਲਾ ਦਰਜ ਕਰਤਾ। ਜੇ ਪੰਨੂ ਨੇ ਕਿਹਾ ਹੋਵੇ ਕਿ ਜੀ ਤੁਸੀਂ ਅਸਲਾਖਾਨਾ ਲੁੱਟ ਲਓ, ਪੁਲਿਸ ਵਾਲੇ ਮਾਰ ਦਿਓ, ਫੜਕਾ ਦਿਓ, ਫਿਰ ਅਸੀਂ ਮੰਨਦੇ ਕਿ ਉੱਥੇ ਸੈਡੀਸ਼ਨ ਦਾ ਮਾਮਲਾ ਹੋਣਾ ਚਾਹੀਦਾ। ਪਰ ਜੋ ਉਹਨੇ ਤਾਂ 2-2000 ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਹੈ, ਤੁਸੀਂ ਉਹ ਬਰਦਾਸ਼ਤ ਨਹੀਂ ਕੀਤਾ। ਬਿਲਕੁਲ ਗਲਤ। ਫਿਰ ਤੁਸੀਂ ਐਨ ਮੋਮੈਂਟ ਤੇ ਜਾ ਕੇ ਉਸ ਜਹਾਜ਼ ਦੀ ਫਲਾਈਟ ਨੂੰ ਸਹਿਯੋਗ ਨਹੀਂ ਦਿੰਦੇ। ਕਾਰਨ ਕਿ ਵੀ ਉਹ ਗੁਰੂ ਘਰ ਦੇ ਪ੍ਰਬੰਧਕ ਨੇ ਔਰ ਰੈਫਰੈਂਡਮ ਦੇ ਹੱਕ 'ਚ ਨੇ। ਪਹਿਲੀ ਗੱਲ ਕਿ ਤੁਹਾਡੇ ਉੱਥੇ ਭਾਰਤ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਵਾਲੇ ਬੈਠੇ ਆ ਜਿਹੜੇ ਕਹਿੰਦੇ ਸੀ 2020 ਤੱਕ ਹਿੰਦੂ ਰਾਸ਼ਟਰ ਬਣਾਉਣਾ, ਉਹਨਾਂ ਦੇ ਖਿਲਾਫ ਉਹ ਕਾਰਵਾਈ ਹੋਈ? ਇੱਥੋਂ ਜਿਹੜੇ ਸੋਨੇ ਦੀ ਇੱਟਾਂ ਗਈਆਂ ਉੱਥੇ ਰਾਮ ਮੰਦਿਰ ਲਈ, ਕਿ ਉਹਨਾਂ ਦੇ ਖਿਲਾਫ ਕਾਰਵਾਈ ਹੋਈ? ਸੋ ਇਹਨਾਂ ਦੇ ਖਿਲਾਫ ਕਾਰਵਾਈ ਕਿਹੜੀ ਗੱਲੋਂ? ਸੋ ਤੁਸੀਂ ਮੈਂ ਕਹਿਣਾ ਚਾਹ ਰਿਹਾ, ਥੋੜੀ ਜਿਹੀ ਗੱਲ ਲੰਮੀ ਲੱਗ ਗਿਆ, ਸ਼ਾਇਦ ਵਿਸ਼ੇ ਤੋਂ ਬਾਹਰ ਨਾ ਚਲਾ ਜਾਵਾਂ। ਜਿਹੜਾ ਕਰੋਨਾ ਵਾਇਰਸ ਦੇ ਸੰਕਟ ਦੇ ਦੌਰਾਨ ਉੱਥੋਂ ਲੋਕਾਂ ਨੂੰ ਕੱਢਣ ਦੀ ਗੱਲ ਸੀ ਜਾਂ ਇੱਥੋਂ ਪੈਸੇ ਭੇਜਣ ਦੀ ਗੱਲ ਸੀ, ਉਹਨੂੰ ਵੀ ਇਸ ਤਰੀਕੇ ਨਾਲ ਪੇਂਟ ਕੀਤਾ ਗਿਆ ਕਿ ਇਸ ਦੇ ਪਿੱਛੇ ਸੈਡੀਸ਼ਨ ਚੱਲ ਰਹੀ ਹੈ, ਰਾਜ ਧਰੋਹ ਦੀਆਂ ਕਾਰਵਾਈਆਂ ਚੱਲ ਰਹੀਆਂ। ਹੁਣ ਜਿਹੜਾ ਸਰੀ ਦਾ ਗੁਰਦੁਆਰਾ ਆ, ਉਹ ਸੰਗਤੀ ਗੁਰਦੁਆਰਾ ਜੀ, ਉਹ ਕਿਹਦੇ ਕੋਲ ਹੈ ਇਸ ਵੇਲੇ? ਉਹ ਸਵਾਲ ਬਾਅਦ 'ਚ ਆਉਂਦਾ। ਪਹਿਲਾਂ ਮੋਡਰੇਟਾਂ ਕੋਲ ਹੀ ਸੀਗਾ ਇਹ। ਜੀ ਜੀ। ਉਹ ਕੀ ਸਾਰੀ ਸੰਗਤ ਖਾਲਿਸਤਾਨੀ ਹੈ? ਜਿਹੜੀ ਸੰਗਤ ਨੇ ਟਿਕਟਾਂ ਲਈਆਂ, ਕੀ ਉਹ ਸਾਰੇ ਖਾਲਿਸਤਾਨੀ ਨੇ? ਦੱਸੋ। ਸੋ ਇਹ ਗੱਲਾਂ ਸੋਚਣ ਵਾਲੀਆਂ। ਇਸ ਤਰੀਕੇ ਦੀ ਪੇਸ਼ਕਾਰੀ ਦੇ ਨਾਲ ਉਹਨਾਂ ਦੇ ਆਪਣਾ ਏਜੰਡਾ ਸੈੱਟ ਕੀਤਾ ਹੋਇਆ ਜੀ, ਉਹਨੂੰ ਪੱਠੇ ਪੈ ਰਹੇ ਉਸ ਗੱਲ ਨੂੰ। ਮੇਰੀ ਆਹ ਚਿੰਤਾ ਆ। ਜਿਵੇਂ ਤੁਸੀਂ ਇਹਨਾਂ ਘਟਨਾਵਾਂ ਨੂੰ ਉਹਨਾਂ ਦੀ ਰੌਸ਼ਨੀ 'ਚ ਉਹ ਗੱਲਾਂ ਸਾਰੀਆਂ ਬਿਆਨ ਕੀਤੀਆਂ ਜੋ ਇਸ ਵੇਲੇ ਮਿੱਥ ਕੇ, ਜਿਹਨੂੰ ਕਹਿੰਦੇ ਸਟੀਰੀਓਟਾਈਪ ਥਿੰਕਿੰਗ, ਪੱਕੀ ਬਣਾ ਕੇ ਇੱਕ ਪਹਿਲਾਂ ਹੀ ਘੜ ਕੇ ਸਾਜ਼ਿਸ਼ੀ ਰੂਪ ਦੇ ਵਿੱਚ ਕਿ ਦੋਸ਼ ਕਿਸ ਦੇ ਸਿਰ ਤੈਅ ਕਰਨਾ ਮੜਨਾ, ਉਸ ਤਰ੍ਹਾਂ ਦੀ ਕਾਰਵਾਈ ਕਰੋ। ਹੁਣ ਜਦੋਂ ਇਹ ਸਾਡੇ ਸਾਹਮਣੇ ਸਾਰਾ ਕੁਛ ਆ ਰਿਹਾ ਹੈ ਅੰਤਰਰਾਸ਼ਟਰੀ ਪੱਧਰ ਤੇ, ਸਿੱਖ ਚਾਹੇ ਕਿਸੇ ਵੀ ਮੂਵਮੈਂਟ ਨਾਲ ਜੁੜਿਆ ਹੋਵੇ, ਪਰ ਕਿਉਂਕਿ ਉਹਦਾ ਵਿਰਸਾ ਹੈ ਕਿ ਭੈ ਕਾਹੂ ਕੋ ਦੇਤ ਨੇ ਨਹਿ ਪੈ ਮਾਨਤਾ, ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਬੂ, ਸਾਰਿਆਂ ਨੂੰ ਜਿਹੜਾ ਹੈ ਸਭੇ ਸਾਂਝੀ ਵਾਲਸਦਾਇਨ। ਭਾਈ ਕਨਈਆ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਸ਼ੀਰਵਾਦ ਦਿੱਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਮਲਮ ਪੱਟੀ ਵੀ ਕੀਤੀ, ਪਾਣੀ ਵੀ ਪਾਇਆ। ਅਸੀਂ ਤਾਂ ਲਗਾਤਾਰ ਉਸ ਤੇ ਗੱਲ ਚੱਲਦੀ ਹੈ ਤੇ ਲਗਾਤਾਰ ਕਰ ਰਹੇ ਹਾਂ। ਤੇ ਉਸ ਤੋਂ ਬਾਅਦ ਦਾਨ ਦੇਣ ਦੀ ਗੱਲ ਹੈ। ਜਿੰਨਾ ਦਾਨ ਦੇਣ ਦੀ ਇਸ ਵੇਲੇ ਦੁਨੀਆ ਦੇ ਵਿੱਚ, ਇਹਨਾਂ ਹਾਲਾਤ ਦੇ ਵਿੱਚ ਇੱਕ ਛੋਟੀ ਗਿਣਤੀ ਕੌਮ ਨੇ, ਘੱਟ ਗਿਣਤੀ ਕੌਮ ਨੇ। ਨਿਊਯਾਰਕ ਦੇ ਜਿਹੜੇ ਕੁੱਲ ਪ੍ਰਸ਼ਾਸਨ ਇਹ ਕਹਿ ਰਿਹਾ ਕਿ ਅੱਜ ਨਿਊਯਾਰਕ ਦੇ ਵਿੱਚ ਜੇਕਰ ਕੋਈ ਲੀਡਿੰਗ ਰੋਲ ਲੈ ਰਿਹਾ ਤਾਂ ਉਹ ਸਿੱਖ ਨੇ। ਐਡੀ ਸੇਵਾ ਯਾਰ, ਇਹ ਜਾਣਦੇ ਹੋਏ ਵੀ ਗੁਰੂ ਹਰਕ੍ਰਿਸ਼ਨ ਸਾਹਿਬ, ਜਿਨ੍ਹਾਂ ਨੇ ਛੋਟੀ ਆਯੂ ਦੇ ਵਿੱਚ ਉਸ ਵੇਲੇ ਵੀ ਪਲੇਗ ਦੀ ਬਿਮਾਰੀ ਫੈਲੀ ਸੀ, ਇਹ ਪਰਵਾਹ ਨਾ ਕਰਦਿਆਂ ਕਿ ਨਤੀਜਾ ਕੀ ਹੋਏਗਾ, ਸੇਵਾ ਕੀਤੀ, ਮਨੁੱਖਤਾ ਦੀ ਸੇਵਾ ਕੀਤੀ ਤੇ ਜੋਤੀ ਜੋਤ ਸਮਾ ਕੇ ਛੋਟੀ ਉਮਰ ਦੇ ਵਿੱਚ। ਸਾਡੀ ਤਾਂ ਵਿਰਾਸਤ ਇਹ ਹੈ। ਇਹ ਮੱਤਾਂ ਦੇਣ ਵਾਲੇ ਜਿਹੜੇ ਇਹ ਕਹਿ ਰਹੇ ਆ ਕਿ ਹੱਥ ਨਾ ਵੱਢੋ, ਹੱਥਾਂ ਤੇ ਕੁਝ ਦਾਨ ਕਰੋ, ਇਹ ਅੱਜ ਇਹਨਾਂ ਤੋਂ ਸਿੱਖਿਆ ਲੈਣਗੇ। ਤੇ ਦੂਸਰੀ ਗੱਲ, ਇਹਨਾਂ ਦੇ ਇਹ ਸ਼ਬਦਾਵਲੀ ਦੇ ਨਾਲ ਜਿਹੜਾ ਇੱਕ ਇਮੇਜ ਬਣੇਗਾ, ਲਗਾਤਾਰ ਬਾਰ-ਬਾਰ ਇਹ ਦਿਮਾਗ 'ਚ ਆਏਗਾ ਕਿ ਇਹ ਦਾਨ ਕਰਨ ਵਾਲੇ ਨਹੀਂ, ਇਹਨਾਂ ਨੂੰ ਸਿਖਾਉਣਾ ਪੈਣਾ ਦਾਨ ਕਰਨਾ। ਇਹ ਹੱਥ ਵੱਢਣ ਵਾਲੇ ਤੇ ਹੱਥ ਵੱਢਣੇ ਬੰਦ ਕਰੋ। ਇਹ ਜਿਹੜੀ ਲਗਾਤਾਰਤਾ, ਨਿਰੰਤਰਤਾ ਇਸ ਦੇ ਵਿੱਚ ਆ ਰਿਹਾ ਜਿਹੜਾ ਪ੍ਰਭਾਵ ਹੈ, ਕੌਨਸੀਕੁਐਂਸਿਸ ਹੈ, ਉਹ ਤੁਸੀਂ ਕੀ ਮਹਿਸੂਸ ਕਰਦੇ ਹੋ? ਦੇਖੋ, ਗੱਲ ਇਸ ਤਰ੍ਹਾਂ ਕਿ ਇੱਕ ਦੋ ਚੀਜ਼ਾਂ ਸਾਨੂੰ ਜ਼ਿਕਰ ਕਰਨਾ ਪਊਗਾ ਇਸ ਗੱਲ ਦਾ। ਜਿਹੜਾ ਸਿੱਖਾਂ ਨੇ ਲੰਗਰ ਲਾਏ ਥਾਂ ਥਾਂ ਤੇ, ਇਹਦੀ ਰਵਾਇਤ ਬੜੀ ਪੁਰਾਣੀ ਹੈ। ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਚੱਲਦੀ ਆ ਰਹੀ ਹੈ। ਬਿਲਕੁਲ। ਇਹਨੂੰ ਤੁਸੀਂ ਪੋਲਿਟਿਕਸ ਨਾਲ ਜੋੜ ਕੇ ਨਹੀਂ ਵੇਖ ਸਕਦੇ, ਨਹੀਂ ਦੇਖ ਸਕਦੇ। ਮਨਜੀਤ ਸਿੰਘ ਜੀਕੇ ਦੀ ਗੱਲ ਬੜੀ ਖੂਬਸੂਰਤ ਹੈ, ਜਿਹੜੀ ਰਵੀਸ਼ ਕੁਮਾਰ ਨੂੰ ਉਹਨਾਂ ਨੇ ਕਹੀ ਸੀ, NDTV ਵਾਲੇ ਰਵੀਸ਼ ਕੁਮਾਰ ਨੂੰ। ਰਵੀਸ਼ ਕੁਮਾਰ ਨੇ ਇੱਕ ਵਾਰੀ ਪ੍ਰੋਗਰਾਮ ਕੀਤਾ ਲੰਗਰ ਦੇ ਉੱਤੇ। ਮਨਜੀਤ ਸਿੰਘ ਜੀਕੇ ਦਾ ਜਾ ਕੇ ਇੰਟਰਵਿਊ ਕੀਤਾ। ਮਨਜੀਤ ਸਿੰਘ ਜੀਕੇ ਨੇ ਲੰਗਰ ਹਾਲ ਵਿਖਾਇਆ ਲੰਗਰ ਕਿਵੇਂ ਤਿਆਰ ਹੋ ਰਿਹਾ, ਕਿਵੇਂ ਲੰਗਰ ਵਰਤਾਇਆ ਜਾਂਦਾ। ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਸਾਡੇ ਗੁਰੂ ਘਰ ਦੇ ਵਿੱਚ ਸਾਡੇ ਗੁਰੂ ਸਾਹਿਬ ਦੀ ਪਰੰਪਰਾ ਆ ਜੀ, ਸਾਡੀ ਵੀ ਨਹੀਂ ਗੀ ਪਰੰਪਰਾ, ਉਹਨਾਂ ਦੀ ਆ। ਉਹਦੇ ਮੁਤਾਬਕ ਲੰਗਰ ਘਰ ਕਿਸੇ ਨਾਲ ਵਿਤਕਰਾ ਨਹੀਂ ਕਰੂਗਾ। ਬਿਲਕੁਲ। ਜਿਹੜੀਆਂ ਵੱਡੀਆਂ ਰੈਲੀਆਂ ਹੁੰਦੀਆਂ, ਇਕੱਠ ਹੁੰਦੇ ਨੇ, ਉੱਥੇ ਵੀ ਇੱਥੋਂ ਲੰਗਰ ਬਣ ਕੇ ਜਾਂਦਾ, ਚਾਹੇ ਕਾਮਰੇਡਾਂ ਦਾ ਹੋਵੇ, ਚਾਹੇ ਕਿਸੇ ਵਿਰੋਧੀ ਪਾਰਟੀ ਦਾ ਹੋਵੇ, ਕਿਉਂਕਿ ਇਹ ਲੰਗਰ ਮਨਜੀਤ ਸਿੰਘ ਜੀਕੇ ਦਾ ਨਹੀਂ ਲਾਇਆ ਹੋਇਆ, ਨਾ ਕਿਸੇ ਅਕਾਲੀ ਪਾਰਟੀ ਦਾ ਲਾਇਆ ਹੋਇਆ, ਨਾ ਕਿਸੇ BJP ਦਾ ਲਾਇਆ ਹੋਇਆ। ਇਹ ਗੁਰੂ ਘਰ ਦਾ ਲੰਗਰ ਆ। ਬਿਲਕੁਲ ਸਹੀ ਹੈ। ਇਸ ਨੁਕਤੇ ਨੂੰ ਫੜਨਾ ਬਹੁਤ ਜ਼ਰੂਰੀ ਹੈ। ਹੋ ਕੀ ਰਿਹਾ ਕਿ ਵੀ ਲੋਕਾਂ ਨੂੰ
ਜਾਂ ਤਾਂ ਸਮਝ ਨਹੀਂ ਹੈ, ਜਾਂ ਮਤਲਬ ਉਹ ਜਾਣ ਕੇ ਪਾਸਾ ਵੜਦੇ ਨੇ, ਜਾਂ ਉਹ ਸਾਰੀਆਂ ਚੀਜ਼ਾਂ ਨੂੰ ਰਲ ਕੱਢ ਕਰ ਲੈਣਗੇ ਆਪਸ 'ਚ। ਜੀ ਹੁਣ ਇਹੋ ਜਿਹੀਆਂ ਜਿਹੜੇ ਭੰਡਾਰੇ ਜਾਂ ਲੰਗਰ ਕਿਸਮ ਦੀ ਜਿਹੜੀ ਪਰੰਪਰਾਵਾਂ ਅੱਗੇ ਤੋਰਨ ਲਈ ਕੁਝ ਹੋਰ ਸੰਸਥਾਵਾਂ ਵੀ ਅੱਗੇ ਆਈਆਂ ਨੇ ਸਮੇਂ-ਸਮੇਂ ਤੇ। ਹਾਂਜੀ। ਉਹਨਾਂ ਨੇ ਵੀ ਇਸ ਕਿਸਮ ਦੀ ਕੋਇਆ ਚਲਾ ਕੇ ਆਪਣੇ ਲੋਕਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਉਹਦੇ ਵਿੱਚ ਤੇ ਗੁਰੂ ਸਾਹਿਬ ਦੇ ਲੰਗਰ ਦੇ ਵਿੱਚ ਫਰਕ ਆ। ਲੰਗਰ ਤਾਂ ਕਦੇ ਅਲਾਉ ਨਹੀਂ ਕਰੂਗਾ ਕਿ ਤੁਸੀਂ ਜ਼ਾਤ ਪਾਤ ਦਾ ਵਿਤਕਰਾ ਕਰੋ, ਹਾਂਜੀ, ਜਾਂ ਈਵਨ ਸਿਆਸੀ ਤੌਰ ਤੇ ਕਿਸੇ ਨਾਲ ਭੇਦ ਰੱਖੋ। ਭੇਦ ਰੱਖੋ। ਪਰ ਇੱਥੇ ਜਿਹੜੀਆਂ ਬਾਕੀਆਂ ਲੋਕਾਂ ਨੇ ਜਿਹੜੇ ਕੈਂਪ ਲਾਏ, ਹਾਂਜੀ, ਉਹਨਾਂ ਨੇ ਵਿਤਕਰਾ ਕੀਤਾ। ਹੁਣ ਆਰਐਸਐਸ ਨੇ ਜਿੰਨੇ ਕੈਂਪ ਲਾਏ, ਗੁਜਰਾਤ 'ਚ ਜਦੋਂ ਬਹੁਤ ਵੱਡਾ ਭੁਚਾਲ ਆਇਆ ਸੀ ਕਤਲੇਆਮ ਤੋਂ ਵੀ ਪਹਿਲਾਂ, ਜੀ ਸ਼ਰੇਆਮ ਉੱਥੇ ਮੁਸਲਿਮ ਭਾਈਚਾਰੇ ਨਾਲ ਵਿਤਕਰਾ ਹੋਇਆ। ਤੁਸੀਂ ਵੇਖੋ ਜਦੋਂ ਕਿੱਡੇ ਵੱਡੇ ਸੁਨਾਮੀ ਜਦੋਂ ਆਈ, ਹਾਂਜੀ, ਤੇ ਜਦੋਂ ਰਸਦ ਆਈ ਹੈ, ਮਦਦ ਆਈ ਲੋਕਾਂ ਲਈ, ਤੇ ਜਿੱਥੇ ਦਲਿਤ ਸੀ ਉਹਨਾਂ ਨਾਲ ਵਿਤਕਰਾ ਕੀਤਾ ਗਿਆ ਕਿ ਦਲਿਤਾਂ ਨੂੰ ਅਸੀਂ ਬਰਾਬਰ ਨਹੀਂ ਨਾਲ ਆਪਣੇ ਬਿਠਾਉਣਾ। ਹੁਣ ਉਹਨਾਂ ਦੇ ਵਿਚਾਲੇ ਤੇ ਤੁਸੀਂ ਇਹਨਾਂ ਵਿਚਾਲੇ ਇੱਕੋ ਜਿਹਾ ਲਿਆ ਕੇ ਤਕੜੀ 'ਚ ਤੋਲਦੇ ਹੋ, ਬਿਲਕੁਲ ਕੋਈ ਸੈਂਸ ਨਹੀਂ ਬਣਦੀ ਗੱਲ ਦੀ। ਇਸ ਕਿਸਮ ਦੀਆਂ ਕੱਚੀਆਂ ਗੱਲਾਂ ਹੋ ਰਹੀਆਂ। ਜੋ ਸਿੱਖ ਪਰੰਪਰਾ ਨਹੀਂ ਹੈ ਜੀ, ਉਸ ਨੂੰ ਉਸ ਪਰੰਪਰਾ ਨਾਲ ਜੋੜ ਕੇ ਵੇਖਣਾ, ਜੀ ਔਰ ਜਿਹੜੀ ਸਿੱਖ ਪਰੰਪਰਾ ਹੈ ਉਸ ਦੀ ਆਪਣੀ ਜਿਹੜੀ ਵਿਲੱਖਣ ਪਛਾਣਤਾ ਜਾਂ ਉਸ ਦੀ ਜਿਹੜਾ ਨਿਆਰਾਪਣ, ਉਸ ਦੀ ਨਿਸ਼ਾਨਦੇਹੀ ਸਹੀ ਢੰਗ ਨਾਲ ਨਹੀਂ ਕਰਨੀ। ਹੋਰ ਗੱਲਾਂ ਨੂੰ ਨਾਲ ਲੈ ਕੇ ਤੁਸੀਂ ਆਪਣਾ ਇੱਕ ਜਿਹਨੂੰ ਕਹਿੰਦੇ ਕਿ ਇੱਕ ਖਲਾਰਾ ਜਿਹਾ ਪਾ ਲੈਂਦੇ ਹੋ, ਇਸ ਕਿਸਮ ਦਾ ਮੈਂ ਦੇਖ ਰਿਹਾ ਰਿਪੋਰਟਿੰਗ ਵਿੱਚ ਹੋ ਰਿਹਾ। ਜੀ ਜੀ, ਸਾਰੀਆਂ ਗੱਲਾਂ ਦੀ ਰਲ ਕੱਢ। ਬਿਲਕੁਲ ਬਿਲਕੁਲ। ਉਹਦਾ ਨਤੀਜਾ ਜਿਹੜਾ ਹੈ, ਜਿਸ ਤਰ੍ਹਾਂ ਦਾ ਅਰਥਾਂ ਦੇ ਅਨਰਥ ਕਰਨਾ, ਕਿਸੇ ਰਵਾਇਤ ਨੂੰ ਚੱਲ ਰਹੇ ਉਸ ਸਿਧਾਂਤ ਨੂੰ, ਬਲਕਿ ਸਿਧਾਂਤ ਕੀ ਹੈ, ਕਿਰਤ ਕਰੋ ਵੰਡ ਛਕੋ ਨਾਮ ਜਪੋ ਦੇ ਨਾਲ ਗੁਰੂ ਸਾਹਿਬ ਨੇ ਪੱਕੇ ਤੌਰ ਤੇ ਦੇ ਦਿੱਤਾ। ਬਿਲਕੁਲ। ਆ ਪਿੱਛੇ ਜੇ ਇੱਕ ਵੀਡੀਓ ਹੋਰ ਵੀ ਆਇਆ ਸੀਗਾ, ਉਹਦੀ ਚਰਚਾ ਵੱਡੇ ਸਟਾਰ ਕਿਉਂ ਨਹੀਂ ਕਰਦੇ, ਉਹਦੀ ਸਟਾਰ ਕਿਉਂ ਨਹੀਂ ਕਰਦੇ। ਮੈਂ ਇਸ ਗੱਲ ਤੇ ਇਤਰਾਜ਼ ਕਰਦਾ। ਮੈਂ ਹਾਂਜੀ, ਦੇਖੋ ਗੱਲ ਇਸ ਤਰ੍ਹਾਂ ਕਿ ਇੱਕ ਵੀਡੀਓ ਸੀਗਾ ਕਿ ਕੋਈ ਜਨਸੰਘੀ ਲੀਡਰ ਆ, ਹਾਂਜੀ, ਉਹ ਵੀ ਲੋਕਾਂ ਨੂੰ ਕੁਝ ਮਦਦ ਵੰਡ ਰਿਹਾ, ਹਾਂਜੀ, ਉਹਦੇ ਸਾਹਮਣੇ ਬੁਰਕੇ ਵਾਲੀ ਔਰਤ ਆਉਂਦੀ, ਉਹਨੂੰ ਪਾਸੇ ਕਰ ਦਿੰਦਾ। ਇਹ ਵੀਡੀਓ ਬਾਹਰ ਆ ਚੁੱਕਾ। ਬਿਲਕੁਲ। ਦਲਿਤਾਂ ਨਾਲ ਵਿਤਕਰਾ ਲਗਾਤਾਰ ਹਰ ਤਰਾਸਦੀ ਵੇਲੇ ਹੋਇਆ। ਅਸੀਂ ਉਸ ਤੇ ਕਿਉਂ ਨਹੀਂ ਉਂਗਲ ਰੱਖਦੇ? ਇੰਨੀਆਂ ਘਟਨਾਵਾਂ ਸਾਡੇ ਸਾਹਮਣੇ ਇੱਕ ਤੋਂ ਬਾਅਦ ਇੱਕ ਵਾਪਰ ਰਹੀਆਂ, ਜੀ, ਉਸ ਤੇ ਉਂਗਲ ਕਿਉਂ ਨਹੀਂ ਰੱਖੀ ਜਾ ਰਹੀ? ਉਸ ਤੇ ਉਂਗਲ ਰੱਖਣ ਦੀ ਥਾਂ ਤੇ ਅਸੀਂ ਬੱਤਾਂ ਦੇ ਰਹੇ ਹਾਂ ਉਹਨਾਂ ਨੂੰ, ਜਿਨ੍ਹਾਂ ਦੀ ਵਿਰਾਸਤ ਆ ਕਿ ਵੀ ਵੰਡ ਕੇ ਛਕਣ ਦੀ, ਕਿ ਤੁਸੀਂ ਹੱਥਾਂ ਤੇ ਦਾਨ ਰੱਖੋ, ਹੱਥ ਵੱਢੋ ਨਾ। ਕਿੰਨੇ ਕੁ ਹੱਥ ਵੱਡੇ ਸਿੰਘਾਂ ਨੇ ਤੁਹਾਡੇ? ਇੱਕ ਕਿਸੇ ਪੁਲਸੀ ਦਾ ਗੁੱਟ ਵੱਢਿਆ ਗਿਆ, ਤੁਸੀਂ ਤਾਂ ਮਤਲਬ ਚੀਚਾੜਾ ਪਾ ਕੇ ਹਰ ਬੰਦਾ ਕਹਿੰਦਾ ਮੈਂ ਉਹ ਪੁਲਸੀਆ ਹਾਂ। ਬੜੀ ਖੁਸ਼ੀ ਦੀ ਗੱਲ ਆ, ਬਣੋ, ਪਰ ਬਾਕੀ ਨਾਲ ਵੀ ਖੜੋ। ਜਦੋਂ ਪੁਲਿਸ ਵਾਲੇ ਜ਼ਬਰ ਕਰਦੇ ਆ, ਜਿਹੜੇ ਲੋਕੀ ਜ਼ਬਰ ਦਾ ਸਾਹਮਣਾ ਕਰਦੇ, ਉਹਨਾਂ ਨਾਲ ਵੀ ਖੜੋ ਮਾੜਾ ਮੋਟਾ। ਗੁਰਦਾਸ ਮਾਨ ਉਹਨਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਇਹਨਾਂ ਇਸ਼ੂ ਬਾਰੇ ਚੰਗੀ ਤਰ੍ਹਾਂ, ਸਾਡੇ ਤੋਂ ਬਿਹਤਰ ਪਤਾ ਹੋਣਾ ਚਾਹੀਦਾ। ਤੁਸੀਂ ਦੇਸ਼ ਹੋਇਆ ਪਰਦੇਸ ਫਿਲਮ ਬਣਾਈ ਆ ਜਾਂ ਉਸ ਵਿੱਚ ਅਭਿਨੈ ਕੀਤਾ, ਉਸ ਦੀ ਕਹਾਣੀ ਇਹੀ ਸੀ ਨਾ, ਪੁਲਿਸ ਬਰਬਰਤਾ ਦੀ ਕਹਾਣੀ ਸੀ, ਤੇ ਤੁਸੀਂ ਕਿਵੇਂ ਅਣਡਿੱਠ ਕਰਤਾ ਇਹਨਾਂ ਗੱਲਾਂ ਨੂੰ? ਇਹ ਗੱਲਾਂ ਸੋਚਣ ਵਾਲੀਆਂ। ਮੈਂ ਕਈ ਵਾਰੀ ਇਸ ਗੱਲ ਤੇ ਵੀ ਹੈਰਾਨ ਹੁੰਦਾ ਕਿ ਨੋ ਡਾਊਟ ਉਹ ਫਿਲਮ ਬਣੀ ਹੈ, ਪਰ ਜਦੋਂ ਉਸ ਦਾ ਸੰਗੀਤ ਰਿਲੀਜ਼ ਕਰਾਉਣਾ ਸੀ ਤਾਂ ਕਿਹਤੋਂ ਕਰਾਇਆ ਗਿਆ? ਦੇਖੋ ਇਹ ਤਾਂ ਅੰਤਰ ਵਿਰੋਧ ਹਮੇਸ਼ਾ ਹੀ ਰਿਹਾ, KPS ਗਿੱਲ ਤੋਂ। ਤੇ ਉਹ KPS ਗਿੱਲ ਜਿਹੜਾ ਕਿ ਪੰਜਾਬ ਦੇ ਵਿੱਚ ਜਵਾਨੀ ਦਾ ਖਾਨ ਕਰਨ ਦੇ ਵਾਸਤੇ ਜ਼ਿੰਮੇਵਾਰ ਵੀ ਆ, ਤੇ ਜਿਸ ਨੂੰ ਸੁਪਰ ਕੌਪ ਕਿਹਾ ਜਾਂਦਾ, ਜਿਸ ਵਿਅਕਤੀ ਨੇ ਆਪਣੀ ਜ਼ਮੀਰ ਨੂੰ ਮਾਰ ਕੇ ਜਿਉਣਾ ਕੀਤਾ, ਜਿਸ ਦੀ ਇਹੀ ਲੈਗਸੀ ਰਹੀ ਹੈ ਕਿ ਉਹਨੇ ਜਿੱਥੇ ਜਿੱਥੇ ਵੀ ਗਿਆ ਉਹੀ ਕੰਮ ਕੀਤਾ। ਪਰ ਦੁੱਖ ਉਸ ਵੇਲੇ ਹੁੰਦਾ ਜਦੋਂ ਉਹ ਜਿਹੇ ਵਿਅਕਤੀ ਨੂੰ ਵੀ, ਜਿਹੜੇ ਆਪਣੇ ਆਪ ਨੂੰ ਅਗਾਂਹ ਵਧੂ ਵੀ ਕਹਿੰਦੇ ਨੇ, ਜਦੋਂ ਉਹ ਮਰਦਾ ਤਾਂ ਉਹਦੀ ਪ੍ਰਸ਼ੰਸਾ ਦੇ ਵਿੱਚ ਕਸੀਦੇ ਪੜ੍ਹੇ ਜਾਂਦੇ ਨੇ। ਇਸ ਤੋਂ ਵੱਡੀ ਸ਼ਰਮ ਦੀ ਗੱਲ ਕਿਹੜੀ ਹੋਊਗੀ? ਸੀਤਾਰਾਮ ਯੇਚੁਰੀ ਮਾਰਕਸੀ ਪਾਰਟੀ ਦੇ ਨੇਤਾ, ਉਹਨਾਂ ਨੇ ਕਸੀਦੇ ਪੜ੍ਹੇ ਨੇ। ਉਹਨਾਂ ਨੇ ਤਾਂ ਇੱਥੋਂ ਤੱਕ ਵੀ ਕਿਹਾ ਕਿ ਸਾਡਾ ਕਿਸ ਗੱਲ ਨਾਲ ਪਿਆਰ ਹੀ ਬੜਾ ਸੀਗਾ। ਉਹ ਤਾਂ ਕਹਿੰਦੇ ਸੀ ਜੋ ਕੰਮ ਅਸੀਂ ਵਰਦੀਆਂ 'ਚ ਕਰਦੇ ਹਾਂ ਤੁਸੀਂ ਵਰਦੀਆਂ ਤੋਂ ਬਾਹਰ ਕਰਦੇ ਹੋ। ਇਸ ਤੋਂ ਵੱਡੀ ਸ਼ਰਮ ਦੀ ਗੱਲ ਕਿਸੇ ਕਾਮਰੇਡ ਲਈ ਹੋਰ ਕਿਹੜੀ ਹੋ ਸਕਦੀ ਹੈ? ਇਸ ਤੋਂ ਵੱਡੀ ਸ਼ਰਮ ਦੀ ਗੱਲ ਹੋਰ ਕਿਹੜੀ ਹੋਊਗੀ? ਜੀ। ਸੋ ਉਸ ਦੌਰ ਦੇ ਵਿੱਚ ਜਦੋਂ ਪੁਲਿਸ ਵਾਲੇ ਲੋਕਾਂ ਦਾ ਸ਼ਿਕਾਰ ਖੇਡ ਰਹੇ ਸੀ, ਤੁਹਾਡਾ ਸਟੈਂਡ ਕੀ ਸੀਗਾ? ਠੀਕ ਹੈ, ਤੁਹਾਡੀ ਖਾਲਿਸਤਾਨੀ ਲੜਾਈ ਸੀਗੀ, ਮੰਨਦੇ ਹਾਂ, ਖਾਲਿਸਤਾਨੀਆਂ ਨੇ ਤੁਹਾਡਾ ਧੱਕਾ ਕੀਤਾ, ਤੁਹਾਡਾ ਉਹਨਾਂ ਗਿਲਾ ਵੀ ਆਪਣੀ ਥਾਂ ਤੇ ਹੈ। ਪਰ ਜਿਨ੍ਹਾਂ ਲੋਕਾਂ ਦਾ ਕੋਈ ਲੈਣਾ ਦੇਣਾ ਹੈ ਨਹੀਂਗਾ, ਜਸਵੰਤ ਸਿੰਘ ਖਾਲੜਾ ਕਿਹੜਾ ਖਾਲਿਸਤਾਨੀ ਸੀ? ਉਹਦਾ ਮੁਕਾਬਲਾ ਬਣਾਇਆ ਗਿਆ। ਦੱਸੋ ਕਿਹੜੇ ਮਾਰਕਸੀ ਬੋਲੇ ਆ? ਜਿਨ੍ਹਾਂ ਲੋਕਾਂ ਨੇ ਜਿਹੜੇ ਟੱਬਰ ਵੀ ਨਾਲ ਮਾਰਤੇ, ਕੁਲਵੰਤ ਸਿੰਘ ਐਡਵੋਕੇਟ ਸੀ ਰੋਪੜ, ਉਹ ਤੇ ਉਹਦੀ ਤੀਵੀਂ ਤੇ ਬੱਚਾ ਉਹ ਮਾਰਤੇ, ਕੌਣ ਬੋਲਿਆ ਉੱਥੇ? ਮੇਰਾ ਮਤਲਬ ਕਹਿੰਦਾ ਉਨਤਾਈਆਂ ਹੋਈਆਂ, ਉਹਨਾਂ ਨੇ ਬਹੁਤ ਉਕਾਈਆਂ ਕੀਤੀਆਂ, ਔਰ ਉਕਾਈਆਂ ਛੱਡ ਕੇ ਸਟੇਟ ਦੇ ਹੱਕ 'ਚ ਭੁਗਤੇ ਆ ਬੇਸ਼ਰਮੀ ਦੇ ਨਾਲ। ਜੀ। ਸੋ ਇਹ ਸਵਾਲ ਕਰਨੇ ਬਣਦੇ ਆ। ਜਿਹੜੇ ਉਦੋਂ ਕਹਿੰਦੇ ਸੀ ਕਿ ਚਲੋ ਇੱਕ ਦੌਰ ਸੀਗਾ, ਜੁਡੀਸ਼ਰੀ ਜਿਹੜੀ ਸੀ ਉਹਦੇ ਕੋਲ ਜਾਨ ਨਹੀਂ ਸੀਗੀ, ਜੁਡੀਸ਼ਰੀ ਕੁਝ ਕਰ ਨਹੀਂ ਸੀ ਸਕਦੀ, ਇਸ ਕਰਕੇ ਮੁਕਾਬਲੇ ਬਣਾਉਣੇ ਪਏ, ਪੰਜਾਬ 'ਚ ਅਮਨ ਦੀ ਬੜੀ ਲੋੜ ਸੀ। ਮੈਂ ਉਹਨਾਂ ਨੂੰ ਅੱਜ ਪੁੱਛਦਾ ਸਵਾਲ ਸਿੱਧਾ ਤੁਹਾਡੇ ਮੰਚ ਤੋਂ ਕਿ ਅੱਜ ਪੂਰੇ ਭਾਰਤ ਨੂੰ ਅਮਨ ਦੀ ਲੋੜ ਆ, ਹਿੰਦੂਤਵਾ ਦੇ ਨਾਂ 'ਤੇ ਟੈਰਰਿਜ਼ਮ ਚੱਲ ਰਿਹਾ ਉੱਥੇ, ਦੇ ਦਿਓ ਖੁੱਲ੍ਹੀ ਛੁੱਟੀ ਪੁਲਿਸ ਨੂੰ, ਬਣਾਓ ਮੁਕਾਬਲੇ। ਜਿਵੇਂ ਤਰਵਿੰਦਰ ਸਿੰਘ ਪਰਮਾਰ ਦਾ ਬਣਾਇਆ ਸੀ, ਇੱਦਾਂ ਹੀ ਸਦਵੀ ਪ੍ਰਗਿਆ ਦਾ ਬਣਾ ਦਿੰਦੇ, ਉਹਨੂੰ ਤਾਂ ਤੁਸੀਂ MP ਬਣਾ ਕੇ ਬਿਠਾਤਾ ਪਾਰਲੀਮੈਂਟ 'ਚ। ਮੇਰਾ ਮਤਲਬ ਕਹਿਣ ਦਾ ਕਿ ਇਹਨਾਂ ਬਾਰੇ ਉਂਗਲ ਕੌਣ ਰੱਖੂਗਾ ਇਹਨਾਂ ਲੋਕਾਂ ਦੇ ਉੱਤੇ? ਉਹ KPS ਗਿੱਲ ਦੇ ਕੋਲੋਂ ਜਿਹੜੀ ਉਹ CD ਰਿਲੀਜ਼ ਕਰਾਉਣਾ,
ਉਹ ਤਾਂ ਚਲੋ ਇੱਕ ਕਹਾਣੀ ਦਾ ਇੱਕ ਹਿੱਸਾ ਹੈ। ਮੈਂ ਆਪ ਇਸ ਗੱਲ ਦਾ ਗਵਾਹ ਹਾਂ। ਹੁਸ਼ਿਆਰਪੁਰ ਦੇ ਇੱਕ ਅਖਾੜੇ 'ਚ ਸਪੀਚ ਦੇ ਰਹੇ ਗੁਰਦਾਸ ਮਾਨ, ਅੱਛਾ, ਪੰਜਾਬ ਪੁਲਿਸ ਵਾਲੇ ਖਲੋਤੇ ਆ, ਬੜਾ ਫਖਰ ਮਹਿਸੂਸ ਕਰ ਰਹੇ ਨੇ, ਕਹਿੰਦੇ ਸ਼ਿਕਾਰੀ ਕੁੱਤਿਆਂ ਵਰਗੇ ਲੱਕ ਇਹਨਾਂ ਦੇ, ਸ਼ਿਕਾਰੀ ਕੁੱਤਿਆਂ ਵਰਗੇ ਲੱਕ, ਸ਼ਿਕਾਰੀ ਕੁੱਤਿਆਂ ਵਰਗੇ ਇਹਨਾਂ ਦੇ ਲੱਕ ਨੇ, ਕੰਪਲੀਮੈਂਟ ਦੇ ਰਹੇ ਪੁਲਿਸ ਨੂੰ। ਗੁਰਦਾਸ ਮਾਨ ਅਖਾੜੇ 'ਚ ਇਸ ਦੌਰ ਦੀ ਗੱਲ ਕਰ ਰਹੇ ਜਦੋਂ ਪੰਜਾਬ ਦੇ ਵਿੱਚ ਜਿਹੜੇ ਜਾਲੀ ਮੁਕਾਬਲੇ ਬਣ ਰਹੇ ਸੀ। ਸੋ ਤੁਸੀਂ ਕੀ ਆਸ ਕਰਦੇ ਹੋ ਇਹੋ ਜਿਹੇ ਲੋਕਾਂ ਤੋਂ? ਬਿਲਕੁਲ, ਇਹਦਾ ਮਤਲਬ ਇਹ ਜਾਇਜ਼ ਹੈ ਜੋ ਇਹਨੇ ਬਿਆਨ ਦਿੱਤਾ ਕਿ ਹੱਥ ਨਾ ਵੱਢੋ, ਹੱਥਾਂ ਤੇ ਕੁਝ ਵੀ ਕਹਿ ਸਕਦਾ, ਕਿਉਂਕਿ ਮੌਕੇ ਦੇ ਸਰਕਾਰੀ ਕਿਸਮ ਦੇ ਜਿਹੜੇ ਬੰਦੇ ਆ ਇਹਨਾਂ ਤੋਂ ਤਾਂ ਤਵੱਕੋ ਰੱਖੀ ਨਹੀਂ ਜਾ ਸਕਦੀ, ਬਲਕਿ ਇਹਨਾਂ ਦੀ ਗੱਲ ਕਰਨਾ ਵੀ ਕਿ ਇਹ ਕਿਤੇ ਨਾ ਕਿਤੇ ਸਟੇਟ ਦੇ ਅਗੇਂਸਟ ਭੁਗਤਣ ਨੇ ਬਹੁਤ ਵੱਡਾ ਭਰਮ ਹੈ, ਭੁਲੇਖਾ। ਮੈਨੂੰ ਥੋੜਾ ਜਿਹਾ ਗੁਰਿੰਦਰ ਸਿੰਘ ਜੀ ਇਸ ਗੱਲ ਦਾ ਅਫਸੋਸ ਜ਼ਰੂਰ ਹੈ ਕਿ ਸਾਡੇ ਬਾਲੀਵੁੱਡ ਦੇ ਬਹੁਤ ਚੰਗੇ ਕਈ ਸਟਾਰ ਨੇ, ਹਾਂਜੀ, ਉਹ ਬਿਲਕੁਲ ਇਸ ਵੇਲੇ ਚੁੱਪੀ ਵੱਟ ਕੇ ਬੈਠੇ ਨੇ। ਬੜਾ ਕੁਝ ਭਾਰਤ 'ਚ ਹੋ ਰਿਹਾ ਜਿਸ ਦੇ ਬਾਰੇ ਉਹਨਾਂ ਨੇ ਕੁਝ ਬੋਲਿਆ ਤੱਕ ਨਹੀਂ ਗਾ। ਆਮਿਰ ਖਾਨ ਦਾ ਨਾਂ ਲੈ ਲਓ, ਸਲਮਾਨ ਖਾਨ ਦਾ ਨਾਂ ਲੈ ਲਓ, ਕਰੀਨਾ ਕਪੂਰ ਖਾਨ ਦਾ ਨਾਂ ਲੈ ਲਓ, ਇਹਨਾਂ ਸਾਰਿਆਂ ਦੀ ਆਪਾਂ ਗੱਲ ਕਰ ਲਈਏ। ਹਾਂਜੀ, ਇਹਨਾਂ ਨੇ ਬਹੁਤ ਵੀਡੀਓਜ਼ ਬਣਾਏ, ਬਹੁਤ ਮੈਸੇਜ ਦਿੱਤੇ ਕਰੋਨਾ ਵਾਇਰਸ ਤੋਂ ਬਚ ਰਿਹਾ ਕਿਵੇਂ ਜਾਵੇ। ਇਹ ਵੀ ਕੰਮ ਕੀਤਾ, ਚਲੋ ਗਰੀਬਾਂ ਨੂੰ ਵੀ ਕੁਝ ਦਿਓ, ਔਰ ਦਿੱਤਾ ਵੀ ਉਹਨਾਂ ਨੇ, ਵਧਾਈ ਦਿੰਦੇ ਇਸ ਗੱਲ ਦੀ। ਪਰ ਜੋ ਜ਼ੁਲਮ ਜ਼ਬਰ ਹੋ ਰਿਹਾ ਕੋਵਿਡ-19 ਦੀ ਤਹਿਤ ਜਾਂ ਉਸਦੀ ਆੜ ਹੇਠਾਂ, ਉਹ ਤਾਂ ਕਦੇ ਨਹੀਂ ਬੋਲਿਆ ਅੱਜ ਤੱਕ। ਇਸ ਗੱਲ ਦਾ ਸਾਨੂੰ ਸਦਾ ਅਫਸੋਸ ਰਹੂਗਾ। ਹਾਲਾਂਕਿ ਜਿਵੇਂ ਕਰੀਨਾ ਨੇ ਇੱਕ ਟਾਈਮ 'ਚ ਆਸਿਫ ਅਲੀ ਖੜੀ ਹੋਈ, ਇਸ ਤਰ੍ਹਾਂ ਆਮਿਰ ਖਾਨ ਨੇ ਵੀ ਇੱਕ ਦੋ ਵਾਰੀ ਕੁਝ ਕਿਹਾ, ਪਰ ਲੱਗਦਾ ਨਾ ਕਿ ਡਰਾ ਇੰਨੇ ਲਏ ਗਏ ਕਿ ਉਸ ਤੋਂ ਬਾਅਦ ਬੋਲੇ ਨਹੀਂ। ਪਰ ਫਿਰ ਵੀ ਜਿਵੇਂ ਉਹ ਫੈਜ਼ ਕਹਿੰਦਾ ਨਾ ਕਿ ਬੋਲ ਕੇ ਲਫ਼ਜ਼ ਆਜ਼ਾਦ ਨੇ ਤੇਰੇ, ਇਹਨਾਂ ਨੂੰ ਬੋਲਣਾ ਚਾਹੀਦਾ। ਹਾਲੀਵੁੱਡ 'ਚ ਖੜੋ ਕਿੰਨੀਆਂ ਮਿਸਾਲਾਂ ਨੇ, ਟਰੰਪ ਦੇ ਖਿਲਾਫ ਕਿੰਨੇ ਸਟਾਰ ਬੋਲੇ, ਇਹ ਕਾਹਤੇ ਨਹੀਂ ਬੋਲਦੇ? ਇਹਨਾਂ ਦੀ ਲੋਕ ਗੱਲ ਸੁਣਦੇ ਨੇ। ਜਾਂ ਗੁਰਦਾਸ ਮਾਨ ਦੀ ਲੋਕ ਗੱਲ ਸੁਣ ਰਹੇ ਕਿਉਂਕਿ ਉਹ ਕਹਿੰਦਾ ਮੈਂ ਉਸ ਪੁਲਿਸ ਵਾਲੇ ਦੇ ਨਾਲ ਆ, ਤੇ ਕਿਉਂਕਿ ਉਹਦੀ ਆਪਣੀ ਫੋਲੋਇੰਗ ਹੈ, ਲੋਕ ਉਹਦੇ ਨਾਲ ਜੁੜ ਜਾਣਗੇ ਸੁਭਾਵਿਕ ਤੌਰ ਤੇ। ਇਹੀ ਗੁਰਦਾਸ ਮਾਨ ਜਾਂ ਬਾਕੀ ਦੇ ਸਟਾਰ ਜੀ ਕਦੇ ਸਾਈ ਬਾਬਾ ਲਈ ਵੀ ਖੜ ਜਾਂਦੇ, ਜੱਗੀ ਜੌਹਲ ਲਈ ਵੀ ਖੜ ਜਾਂਦੇ, ਤੇ ਸ਼ਾਇਦ ਉਹ ਮੂਵਮੈਂਟ ਬੜੀ ਬਿਲਡ ਹੋਣੀ ਸੀਗੀ, ਲੋਕਾਂ 'ਚ ਚੰਗਾ ਅਸਰ ਪੈਣਾ ਸੀ ਕਿ ਇਹ ਲੋਕ ਖੜਦੇ ਨੇ ਜ਼ੁਲਮ ਦੇ ਖਿਲਾਫ। ਪਰ ਨਹੀਂ, ਇਹਨਾਂ ਨੇ ਆਪਣੀ ਸਾਈਡ ਪਿਕ ਕੀਤੀ ਹੋਈ ਹੈ, ਕਿਹੜੀ ਸਾਈਡ ਨਾਲ ਖੜਨਾ ਇਹਨਾਂ ਨੂੰ ਪਤਾ। ਇਹ ਕਮਲੇ ਨਹੀਂ ਹੈਗੇ ਜੋ ਕਰ ਰਹੇ, ਸਭ ਕੁਝ ਸੋਚ ਸਮਝ ਕੇ ਕਰ ਰਹੇ, ਇੰਟੈਲੀਜੈਂਟ ਲੋਕ ਨੇ, ਸਮਝਦਾਰ ਲੋਕ ਨੇ। ਜਿਹੜੇ ਹਥਿਆਰਾਂ ਦੇ ਗੀਤ ਗਾਉਣ ਵਾਲੇ ਸਿੱਧੂ ਮੂਸੇਵਾਲੇ, ਉਸ ਨੇ ਵੀ ਅੱਜ ਬੜਾ ਵੱਡਾ ਇੱਕ ਤਖਤੀ ਫੜ ਕੇ ਕਿਹਾ ਕਿ ਮੈਂ ਵੀ ਹਰਜੀਤ ਸਿੰਘ ਆ। ਟੋਪਾਕ ਇੱਕ ਹੋਇਆ ਬੜਾ, ਜਿਹੜੇ ਅਸੀਂ ਕਹਿੰਦੇ ਆ ਕਿ ਬਹੁਤ ਮਸ਼ਹੂਰ ਰੈਪਰ ਜਿਹੜਾ ਕਿ ਘੱਟ ਗਿਣਤੀ ਜਾਂ ਉਸ ਵੇਲੇ ਦੇ ਜਿਹੜੇ ਜ਼ੁਲਮ ਦਾ ਸ਼ਿਕਾਰ ਲੋਕ ਨੇ ਜਾਂ ਅੱਜ ਵੀ ਹੋ ਰਹੇ ਨੇ ਸਿਆਹ ਭਾਈਚਾਰੇ ਦੇ ਵਿੱਚ, ਉਹਦੀ ਬੜੀ ਮਾਨਤਾ ਹੈ ਉਸ ਦਾ ਆਪਣੇ ਆਪ ਨੂੰ ਪੇਸ਼ ਕਰਨਾ। ਪਰ ਹਕੂਮਤਾਂ ਦੇ ਅੱਗੇ ਗੋਡੇ ਟੇਕ ਜਾਣਾ ਤੇ ਉਹਨਾਂ ਪਰਚਿਆਂ ਤੋਂ ਡਰਦੇ ਕਿ ਇਹ ਜਿਹੜੇ ਤਸ਼ੱਦਦ ਜਾਂ ਜਿਸ ਤਰ੍ਹਾਂ ਦਾ ਜ਼ੁਲਮ ਇਹ ਕਰਦੀਆਂ ਨੇ ਹੋਰਾਂ ਤੇ, ਅਸੀਂ ਆਪਣੇ ਆਪ ਨੂੰ ਬਚੇ ਰਹੀਏ ਤਾਂ ਆਪਣੇ ਆਪ ਨੂੰ ਉਸ ਦੇ ਹੱਕ 'ਚ ਭੁਗਤਾ ਦੇਣਾ। ਇਹ ਕਿੱਡੀ ਕੁ ਹਥਿਆਰਾਂ ਦੇ ਗੀਤ ਗਾਉਣ ਦਾ ਜਿਹੜਾ ਉਹ ਸਿਲਸਿਲਾ ਉਹ ਕਮਰਸ਼ੀਅਲ ਤੋਂ ਬਾਅਦ ਤਾਂ ਫਿਰ ਹੈ ਹੀ ਨਹੀਂ। ਵੇਖੋ ਜੀ, ਗੱਲ ਇਸ ਤਰ੍ਹਾਂ, ਜਦੋਂ ਕੋਈ ਜ਼ੁਲਮ ਦੇ ਖਿਲਾਫ ਹਥਿਆਰ ਚੁੱਕਣ ਦੀ ਗੱਲ ਕਰਦਾ ਜੀ, ਉਹਦੇ ਤੇ ਸੈਡੀਸ਼ਨ ਦਾ ਮਾਮਲਾ ਦਰਜ ਹੋ ਜਾਂਦਾ। ਜੇ ਕੋਈ ਇਹੋ ਜਿਹਾ ਗੀਤ ਵੀ ਗਾ ਦੇਵੇ, ਦਇਆ ਸਿੰਘ ਦਿਲਬਰ ਵਰਗੇ ਜਿਹੜੇ ਢਾਡੀ, ਹਾਂਜੀ, ਉਹਨਾਂ ਨੂੰ ਵੀ ਪਰਚਾ ਹੋ ਗਿਆ ਸੀ ਉਹਨਾਂ ਦੇ, ਕਿਉਂਕਿ ਉਹਨਾਂ ਨੇ ਇਹੋ ਜਿਹੀ ਵਾਰ ਸੁਣਾਈ ਜਿਹੜੀ ਸਟੇਟ ਨੂੰ ਚੁਭੀ। ਜੀ, ਕਾਰੋ ਇਹੀ ਗੱਲ ਰਹੇ ਸੀ ਸਿੱਖੀ ਦੇ ਅਨੁਕੂਲ ਜੀ ਕਿ ਜ਼ੁਲਮ ਦੀ ਹਾਲਤ ਵਿੱਚ ਤਲਵਾਰ ਚੁੱਕਣਾ ਜਾਇਜ਼ ਹੈ ਜੀ, ਉਹਨਾਂ ਦਾ ਪਰਚਾ ਹੋ ਜਾਂਦਾ। ਤੇ ਇਹ ਜਿਹੜੇ ਇਸ ਕਿਸਮ ਦੀਆਂ ਗੱਲਾਂ ਕਰਦੇ, ਜਿਹੜੇ ਅਰਾਜਕਤਾ ਫੈਲਾਉਣ ਵਾਲੇ, ਜਿਨ੍ਹਾਂ ਦੀ ਮਤਲਬ ਉਸ ਤਰ੍ਹਾਂ ਦੀ ਨਾਬਰੀ ਦੇ ਇਤਿਹਾਸ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਨਾਬਰੀ ਲਈ ਹਥਿਆਰ ਚੁੱਕਣਾ ਹੋਰ ਚੀਜ਼ ਹੈ, ਕਿਸੇ ਤੇ ਜ਼ੁਲਮ ਕਰਨਾ, ਕਿਸੇ ਨੂੰ ਡਰਾਉਣਾ, ਭੈ ਪੀਤ ਕਰਨਾ, ਇਹ ਹੋਰ ਚੀਜ਼ ਹੈ। ਇਹ ਉਹ ਲੋਕ ਨੇ ਲੰਪਨ ਐਲੀਮੈਂਟ ਨੂੰ ਜਿਹੜੇ ਪੱਠੇ ਪਾ ਰਹੇ ਆ, ਉਹਨਾਂ ਲਈ ਤਾਂ ਸਟੇਟ ਚੁੱਪ ਆ। ਮੈਨੂੰ ਸਾਈ ਬਾਬਾ ਦੇ ਕਥਨ ਯਾਦ ਆਉਂਦੇ ਗੁਰਵਿੰਦਰ ਸਿੰਘ ਜੀ, ਕਿ ਮੈਨੂੰ ਜਦੋਂ ਪਹਿਲੀ ਵਾਰੀ ਮਿਲਿਆ, ਪਹਿਲੀ ਵਾਰੀ ਔਰ ਇੱਕੋ ਵਾਰੀ ਪਰਸਨਲੀ ਇੱਦਾਂ ਆਮੋ ਸਾਹਮਣੇ, ਉਹ ਕਹਿੰਦੇ ਕਿ ਮੈਂ ਮੰਨ ਕੇ ਚੱਲਦਾ ਕਿ ਜਿਹੜਾ ਇੰਡੀਅਨ ਸਟੇਟ ਹੈ ਜਾਂ ਕੋਈ ਵੀ ਸਟੇਟ ਆ, ਤੁਸੀਂ 2 ਨੰਬਰੀ ਕੰਮ ਕਰਦੇ ਹੋ, ਤੁਸੀਂ ਤਸਕਰੀ ਕਰਦੇ ਹੋ, ਤੁਹਾਡੇ ਤੋਂ ਸਟੇਟ ਨੂੰ ਕੋਈ ਖਤਰਾ ਨਹੀਂਗਾ ਜੀ, ਜਦੋਂ ਮਰਜ਼ੀ ਜ਼ਮਾਨਤ ਲੈ ਲਓ ਜੀ ਜੀ। ਜਿੱਦਣ ਸਾਡੇ ਵਰਗੇ ਦੀ ਵਾਰੀ ਆਉਂਦੀ ਹੈ, ਜਿਹੜਾ ਸਿਰਫ ਸਵਾਲ ਕਰਦਾ ਸਟੇਟ ਨੂੰ, ਉਹਦੀ ਕੋਈ ਖਲਾਸੀ ਨਹੀਂ। ਦੱਸੋ, ਹੱਦ ਹੋ ਗਈ। ਸੋ ਇਹ ਆਪਣੇ ਆਪ 'ਚ ਗੱਲ ਸਮਝਣ ਵਾਲੀ। ਬਹੁਤ ਸ਼ੁਕਰੀਆ ਗੁਰਪ੍ਰੀਤ ਸਿੰਘ ਜੀ। ਜਿਹੜੇ ਹਾਲਾਤ ਬਣਾਏ ਗਏ ਨੇ ਇਹਨਾਂ ਦੇ ਸਰਕਾਰੀ ਕਲਾਕਾਰਾਂ ਵੱਲੋਂ ਜਾਂ ਇਹਨਾਂ ਲੋਕਾਂ ਵੱਲੋਂ, ਤੇ ਜਿਸ ਤਰ੍ਹਾਂ ਦੀ ਜਿਹੜੀ ਇਹ ਕਵੈਤ ਚਲਾਈ ਜਾ ਰਹੀ ਹੈ ਹੋਰਨਾਂ ਵੱਲੋਂ ਵੀ, ਕੁਝ ਜਾਣ-ਬੁੱਝ ਕੇ, ਕੁਝ ਇਸ ਭੁਲੇਖੇ ਦੇ ਨਾਲ, ਤੇ ਕਈਆਂ ਦੇ ਪਿੱਛੇ ਸਾਜ਼ਿਸ਼ ਹੈ, ਉਹ ਮੰਦਭਾਗੀ ਹੈ। ਤੁਸੀਂ ਉਸ ਬਾਰੇ ਜਾਣਕਾਰੀ ਦਿੱਤੀ, ਤਹਿ ਦਿਲੋਂ ਸ਼ੁਕਰੀਆ ਅਦਾ। ਸ਼ੁਕਰੀਆ, ਮਿਹਰਬਾਨੀ ਤੁਹਾਡੀ ਮੰਚ ਮੁਹੱਈਆ ਕਰਨ ਲਈ। ਸੋ ਦਰਸ਼ਕਾਂ ਦੇ ਨਾਲ ਅਖੀਰ ਦੇ ਵਿੱਚ ਦੋ ਜਿਹੜੇ ਆ ਇਸੇ ਦੋਨਾਂ ਕਲਾਕਾਰਾਂ ਬਾਰੇ ਖਾਸ ਤੌਰ ਤੇ ਇਹ ਸ਼ਬਦ ਜਿਹੜੇ ਆ ਦੋਹੇ ਦੇ ਰੂਪ 'ਚ ਮੈਂ ਸਾਂਝੇ ਕਰਦਾ ਤਾਂ ਕਿ ਇਹ ਗੱਲ ਤਸਵੀਰ ਜਿਹੜੀ ਹੈ ਕਲੀਅਰ ਹੋ ਸਕੇ। ਇੱਕ ਤਾਂ ਗੁਰਦਾਸ ਮਾਨ ਹੋਰਾਂ ਨੂੰ ਇਹ ਕਹਿਣਾ ਚਾਹਾਂਗੇ, ਆਪਣੀ ਬੋਲੀ ਨਿੰਦ ਕੇ, ਆਪਣੀ ਬੋਲੀ ਨਿੰਦ ਕੇ ਕਰੇ ਮਾਣ ਦੀ ਆਸ, ਆਪਣੀ ਬੋਲੀ ਨਿੰਦ ਕੇ
करे मान दी आस, मार के किंज जमीर नू होए गुरा दा दास। ते दूसरा जो कि हथियारां दे गीत गाउण वाला एक कलाकार, हथियारां दे गीत गा बणिया फिरे टुपाक, हथियारां दे गीत गा बणिया फिरे टुपाक, हाकम पैरी जा पिया वेच गया इखलाक, हाकम पैरी जा पिया वेच गया इखलाक। सो सुचेत रहो, जागते रहो, साडा फर्ज है सदा देना। जे एक पुलिस वाले नाल ज्यादती हुई है ਉਹਦੇ ਨਾਲ ਖੜਨਾ ਜਾਇਜ਼ ਹੈ, ਪਰ ਉਹਨਾਂ ਹੀ ਲੋਕਾਂ ਦੇ ਵੱਲੋਂ ਹੋਰਨਾਂ ਨਾਲ ਕਿੰਨਿਆਂ ਨਾਲ ਜ਼ਿਆਦਤੀਆਂ ਕੀਤੀਆਂ ਗਈਆਂ, ਉਦੋਂ ਤਖਤੀਆਂ ਨਜ਼ਰ ਕਿਉਂ ਨਹੀਂ ਆਉਂਦੀਆਂ? ਅਸੀਂ ਵੀ ਉਹ ਵਿਕਟਮ ਆ, ਕਿਉਂ ਨਹੀਂ ਨਜ਼ਰ ਆਉਂਦੇ? ਜੈਨੋਸਾਈਡ ਨਸਲਕੁਸ਼ੀ ਹੋਈ ਕਿਉਂ ਨਹੀਂ ਨਜ਼ਰ ਆਉਂਦਾ? ਚਾਹੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਸਿੱਖ, ਮੁਸਲਮਾਨ ਜਾਂ ਯਹੂਦੀ ਜਾਂ ਈਸਾਈ ਜਾਂ ਹੋਰ ਜਾਂ ਈਵਨ ਹਿੰਦੂ ਭਾਈਚਾਰਾ ਕੋਈ ਵੀ ਹੋਵੇ, ਕਿਸੇ ਨਾਲ ਵੀ ਜ਼ਿਆਦਤੀ ਹੋਵੇ, ਮੰਦਭਾਗੀ ਹੈ। ਸੋ ਇਹ ਘਟਨਾਵਾਂ ਦਰਦਨਾਕ ਨੇ। ਇਹਨਾਂ ਘਟਨਾਵਾਂ ਦੇ ਵਿੱਚੋਂ ਰਾਹਤ ਦਿਵਾਉਣ ਤੇ ਚੰਗੀ ਸੋਚ ਦੇ ਨਾਲ ਹੀ ਅਸੀਂ ਵਧੀਆ ਸਮਾਜ ਸਿਰ ਸਕਦੇ ਹਾਂ। ਤੁਹਾਡਾ ਸਾਰਿਆਂ ਦਾ ਹਾਰਦਿਕ ਸ਼ੁਕਰੀਆ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।